ਉਸ ਬੇਸ ਤੇ ਸਾਨੂੰ ਫਿਰ ਪਰਮਿਸ਼ਨ ਮਿਲੀ ਸੀ 8 ਫਲਾਈਟਾਂ ਦੀ। NGO ਨਹੀਂ ਕਹਿ ਸਕਦੇ, ਉਹ ਕਹਿੰਦੇ ਜੀ ਅਸੀਂ ਤਾਂ ਉਹਨਾਂ ਨੂੰ ਟਰੈਵਲ ਏਜੰਟ ਕਹਾਂਗੇ। ਲੋਕ ਛੱਛੋ ਪੰਜ ਦੇ ਵਿੱਚ ਪੈ ਗਏ ਵੀ ਅਸੀਂ ਕਿਹੜੀ ਫਲਾਈਟ ਬੁੱਕ ਕਰਾਈਏ ਔਰ ਕਿਹੜੀ ਨਾ ਕਰਾਈਏ। ਲਰਨਡ ਤੇ ਪੜ੍ਹੇ ਲਿਖੇ MP ਹੈ, ਉਹਨਾਂ ਨੂੰ ਇਹ ਨਹੀਂ ਪਤਾ ਇਹ ਪ੍ਰੋਸੈਸ ਹੁੰਦਾ ਕਿਵੇਂ ਹੈ। ਜਿਹੜੇ ਤੁਸੀਂ ਮੈਂਬਰ ਪਾਰਲੀਮੈਂਟ ਦੀ ਗੱਲ ਕਰ ਰਹੇ ਹੋ, ਇਹਨਾਂ ਨੇ ਕਿਸੇ ਉੱਥੇ ਨਿਊਜ਼ ਚੈਨਲ ਤੇ ਆ ਕੇ ਫਿਰ ਕੁਝ ਹੋਰ ਜਿਹੜੇ ਇੱਥੇ ਇਹਨਾਂ ਦੇ ਐਮਬੈਸੀ ਦੇ ਬੰਦਿਆਂ ਨੇ ਟਵੀਟ ਕਰਨਾ ਸ਼ੁਰੂ ਕਰਤਾ ਸੀ, ਅਸੀਂ ਤਾਂ ਜੀ ਸਪੋਰਟ ਨਹੀਂ ਕਰਦੇ, ਇਹਨਾਂ ਦੀ ਹੈਲਪ ਨਹੀਂ। ਇੱਕ ਟਰੈਵਲ ਏਜੰਟ ਦਾ ਨਾਮ ਮੈਂ ਤੁਹਾਡੇ ਸਾਹਮਣੇ ਵੀ ਜ਼ਿਕਰ ਕਰਾਂਗਾ, ਕਾਰਪੋਰੇਟ ਫਲਾਇਰ ਸੀਗਾ, ਉਹ 3200 ਤੋਂ ਲੈ ਕੇ $4200 ਦੀ ਟਿਕਟ ਵੇਚ ਰਿਹਾ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਦਾ ਵਿਸ਼ਾ ਜਿਹੜਾ ਕੁਝ ਦਿਨ ਪਹਿਲਾਂ ਅਸੀਂ ਜੋ ਫਲਾਈਟਾਂ ਬਾਰੇ ਗੱਲ ਕੀਤੀ ਸੀ, ਜਿਹੜੀਆਂ ਫਲਾਈਟਾਂ ਜਿਹੜੀਆਂ ਕੁਝ ਕੈਨੇਡਾ ਦੀਆਂ NGO ਸੀ ਅਤੇ ਇੱਥੇ ਆਪਣੇ ਲੋਕਲ ਇੱਕ ਜਿਹੜੇ ਪੰਜਾਬ ਦੇ ਵਿੱਚ NGO ਮਿਲ ਕੇ ਜਿਹੜੇ ਨਿਊਟਨ ਸਿੱਧੂ ਜਿਨ੍ਹਾਂ ਨੂੰ ਮੂਹਰੇ ਲੱਗ ਕੇ ਜਿਨ੍ਹਾਂ ਨੇ ਇਹ ਸਾਰਾ ਆਪਣੇ ਆਪਰੇਟ ਕੀਤਾ ਸੀਗਾ, ਥੋੜ੍ਹੇ ਦਿਨ ਪਹਿਲਾਂ ਤੁਹਾਡੇ ਨਾਲ ਅਸੀਂ ਉਹਨਾਂ ਨੂੰ ਰੂਬਰੂ ਕਰਾਇਆ ਸੀਗਾ। ਅਤੇ ਉਦੋਂ ਉਹਨਾਂ ਨੂੰ ਜਿਹੜੀ ਫਲਾਈਟਸ ਜਿਹੜੀਆਂ ਜਾਣੀਆਂ ਸੀ ਉਹਦੇ ਵਿੱਚ ਨਾਂਹ ਨੁੱਕਰ ਹੋ ਗਈ ਸੀ ਅਤੇ ਉਸ ਟਾਈਮ ਉਹਨਾਂ ਕੋਲ ਪੇਪਰਾਂ ਦੀ ਅਵੇਲੇਬਿਲਿਟੀ ਘੱਟ ਸੀਗੀ। ਅਤੇ ਹੁਣ ਉਸ ਵਿਸ਼ੇ ਦੇ ਵਿੱਚ ਉਹਨਾਂ ਕੋਲ ਪੇਪਰ ਵਗੈਰਾ ਸਾਰੇ ਡਾਕੂਮੈਂਟਸ ਆਰ ਅਵੇਲੇਬਲ ਦੇਅਰ, ਅਤੇ ਉਹ ਹੁਣ ਉਹਨਾਂ ਨੂੰ ਉਸ ਬਿਹਾਫ 'ਤੇ ਅਸੀਂ ਉਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ। ਸੋ ਸਿੱਧੂ ਸਾਹਿਬ, ਡੇਲੀ ਪੋਸਟ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ, ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਹੁਣ ਫਿਰ ਉੱਥੋਂ ਹੀ ਆਪਾਂ ਗੱਲ ਤੋਰਦੇ ਹਾਂ ਵੀ ਜਿੱਥੋਂ ਆਪਾਂ ਗੱਲ ਬੰਦ ਕੀਤੀ ਸੀ ਜੀ, ਵੀ ਤੁਸੀਂ ਕਹਿੰਦੇ ਸੀ ਵੀ ਪੇਪਰ ਥੋੜ੍ਹੀ ਦੇਰ ਨੂੰ ਵੀ ਸਾਨੂੰ ਆ ਜਾਣਗੇ ਅਤੇ ਉਹ ਪੇਪਰ ਆ ਗਏ, ਤੁਸੀਂ ਸਾਨੂੰ ਵੀ ਪ੍ਰੋਵਾਈਡ ਕਰਾਤੇ। ਇਹਦੇ ਬਾਰੇ ਹੁਣ ਦੱਸੋ ਜੀ ਕੁਛ, ਜਿਹੜੇ ਕਿਸ ਤਰ੍ਹਾਂ ਹੁਣ ਹੋਇਆ ਅਤੇ ਕਿਹੜੇ ਪੇਪਰ ਆਪਣੇ ਕੋਲ ਆ ਗਏ ਨੇ ਅਤੇ ਕਿਹਦੀ ਜ਼ਿਆਦਾ ਇਨਵੋਲਵਮੈਂਟ ਇਹਦੇ ਵਿੱਚ ਜਿਹੜੀ ਤੁਹਾਡੇ ਹਿਸਾਬ ਨਾਲ ਵੀ ਲੱਗ ਰਹੀ ਹੈ ਤੁਹਾਨੂੰ? ਹੁਣ ਦੱਸਦਾ ਆਪਣਾ ਗਰੇਵਾਲ ਸਾਹਿਬ, ਜਿਵੇਂ ਤੁਹਾਨੂੰ ਦੱਸਿਆ ਸੀ, ਇਹਦਾ ਇੱਕ ਪ੍ਰੋਸੈਸ ਹੁੰਦਾ ਹੈ। ਜਹਾਜ਼ ਜਦੋਂ ਕੋਈ ਚਾਰਟਰ ਕਰਨਾ ਹੁੰਦਾ ਹੈ, ਕੋਈ 에ਅਰਲਾਈਨ ਚਾਰਟਰ ਕਰਕੇ ਜਾਣੀ ਹੁੰਦੀ ਹੈ, ਉਹਦਾ ਇੱਕ ਪ੍ਰੋਸੈਸ ਹੁੰਦਾ ਹੈ ਕਿ ਤੁਸੀਂ ਕਿਵੇਂ ਜਹਾਜ਼ ਲੈ ਕੇ ਜਾਣਾ ਹੈ। ਜਿਵੇਂ ਮੈਂ ਉਦੋਂ ਦੱਸਿਆ ਸੀ, ਕੈਨੇਡੀਅਨ ਸਿਟੀਜ਼ਨ, ਕੈਨੇਡੀਅਨ PRs ਇੱਥੇ ਜਿਹੜੇ ਸਟਕ ਹੈ, ਜਦ ਉਹਨਾਂ ਨੇ ਇੱਥੋਂ ਇੰਡੀਆ ਦੇ ਵਿੱਚੋਂ ਜਾਣਾ ਹੈ, ਨੋਰਮਲ ਪ੍ਰੋਸੈਸ ਤਾਂ ਕੀ ਹੁੰਦਾ, ਕਮਰਸ਼ੀਅਲ 에ਅਰਲਾਈਨਸ ਨੇ ਤਾਂ ਆਪਣੀਆਂ ਟਿਕਟਾਂ ਬੁੱਕ ਕਰਨੀਆਂ, ਵੈਬਸਾਈਟ ਤੇ ਪਾ ਦੇਣੀਆਂ ਤੇ ਲੋਕਾਂ ਨੇ ਬੁੱਕ ਕਰਨੀ ਤੇ ਚਲੇ ਜਾਣਾ ਜੀ। ਪਰ ਹੁਣ ਕੀ ਹੈ, ਇਹ ਇਸ ਟਾਈਮ ਕੋਵਿਡ ਦੀ ਪ੍ਰੋਬਲਮ ਜਿਹਨੂੰ ਕੋਰੋਨਾ ਕਹਿ ਰਹੇ ਹਾਂ ਆਪਾਂ, ਉਸ ਚੱਕਰ 'ਚ ਕੀ ਸੀ, ਫਲਾਈਟਾਂ ਬੰਦ ਹੋ ਗਈਆਂ, ਬਟ ਲੋਕੀ ਫਸੇ ਸੀ, ਲੋਕਾਂ ਦੀ ਐਮਰਜੈਂਸੀ ਸੀ, ਲੋਕੀ ਜਾਣਾ ਚਾਹੁੰਦੇ ਸੀਗੇ ਜੀ। ਉਹਦੇ ਲਈ ਕੀ ਹੁੰਦਾ, ਇਹਨੂੰ ਕਹਿੰਦੇ ਹੈ ਰੀਪੈਟਰੀਏਸ਼ਨ ਫਲਾਈਟ ਕਹਿ ਲਓ ਤੁਸੀਂ ਆਪਣਾ, ਜਿਹਦੇ 'ਚ ਲੋਕੀ ਜਾਣਾ ਚਾਹੁੰਦੇ ਆ ਜੀ। ਉਹਦੇ ਲਈ ਪ੍ਰੋਸੈਸ ਹੁੰਦਾ ਹੈ, ਸਰਕਾਰਾਂ ਨੇ ਇੰਟਰਨੈਸ਼ਨਲੀ ਇੱਕ ਸਿਸਟਮ ਬਣਿਆ ਹੋਇਆ ਜਿਹਦੇ 'ਚ ਇਹ ਜਾਂਦੇ ਆ। ਉਹਦੇ 'ਚ ਇਹ ਹੁੰਦਾ ਕਿ ਜਿਵੇਂ ਕੈਨੇਡੀਅਨ ਸਿਟੀਜ਼ਨ ਹੈਗੇ ਤੇ ਇੰਡੀਆ 'ਚ ਕੈਨੇਡੀਅਨ ਹਾਈ ਕਮਿਸ਼ਨ ਹੈ ਜਾਂ ਕੈਨੇਡੀਅਨ ਅੰਬੈਸੀ ਹੋਵੇ ਜਾਂ ਕਿਸੇ ਹੋਰ ਦੀ, ਉਹਨਾਂ ਨੂੰ ਅਪਰੋਚ ਕਰਨਾ ਪੈਂਦਾ ਹੈ। ਕਿਸੇ ਵੀ ਜਾਂ ਕੈਨੇਡੀਅਨਸ ਕਰ ਸਕਦੇ ਜਾਂ ਕੋਈ ਹੋਰ ਵੀ ਇੰਡੀਵਿਜੂਅਲ ਕਰ ਸਕਦਾ ਹੈ, ਕਹਿ ਸਕਦਾ ਹੈ ਕਿ ਇੱਥੇ ਇੰਨੇ ਕੈਨੇਡੀਅਨਸ ਹਨ ਜਿਹੜੇ ਕਿ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਤੇ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ ਜੀ। ਤੇ ਫਿਰ ਉਹਨਾਂ ਦੀ ਇੱਕ ਗਾਈਡਲਾਈਨ ਹੁੰਦੀ ਹੈ, ਜਿਹੜੀ ਕਿ ਉਸ ਗਾਈਡਲਾਈਨ ਦੇ ਮੁਤਾਬਿਕ ਉਹਨਾਂ ਨੇ ਇੰਡੀਅਨ ਗਵਰਨਮੈਂਟ ਦੇ ਵਿੱਚ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਕਹਿਣਾ ਹੁੰਦਾ ਜੀ, ਸਾਡੇ ਕੈਨੇਡੀਅਨ ਸਿਟੀਜ਼ਨ ਇੱਥੇ ਫਸੇ ਹੋਏ ਹੈ ਜੀ, ਉਹ ਜਾਣਾ ਚਾਹੁੰਦੇ ਆ ਜੀ। ਤੇ ਉਹਨਾਂ ਦਾ ਇੱਕ ਬੜਾ ਸੈਟ ਫਾਰਮੈਟ, ਜਿਹੜਾ ਮੈਂ ਲਾਸਟ ਟਾਈਮ ਵੀ ਤੁਹਾਨੂੰ ਦੱਸਿਆ ਸੀਗਾ, ਬੜਾ ਸਿੰਪਲ ਜਿਹਾ ਹੈ। ਉਹਨੂੰ ਨੋਟ ਦੇ ਵਰਬਲ ਕਹਿੰਦੇ, ਇੱਕ ਉਹ ਫ੍ਰੈਂਚ ਵਰਡ ਹੈ ਨੋਟ ਵਰਬਲ ਜੀ, ਕਿ ਡਿਪਲੋਮੈਟਿਕ ਚੈਨਲਸ ਦੇ ਥਰੂ ਮੂਵ ਕਰਦਾ, ਜਿਹੜਾ ਕਿ ਲੋਕਾਂ ਨੂੰ ਜਨਤਕ ਨਹੀਂ ਹੁੰਦਾ। ਅਸੀਂ ਉਹਦੇ 'ਚ ਇੱਕ ਪ੍ਰੋਸੈਸ ਹੁੰਦਾ, ਜਿਹੜੇ ਡਾਕੂਮੈਂਟ ਤੁਹਾਡੇ ਨਾਲ ਮੈਂ ਸ਼ੇਅਰ ਕੀਤੇ ਹੈ, ਉਹ ਮੈਨੂੰ ਕੈਨੇਡੀਅਨ ਹਾਈ ਕਮਿਸ਼ਨ ਨੇ ਈਮੇਲ ਕੀਤੀ। ਜਦ ਅਸੀਂ ਉਹਨਾਂ ਨੂੰ ਭੇਜਿਆ, ਮੈਂ ਈਮੇਲ ਲਿਖੀ ਕਿ ਮੇਰੇ ਕੋਲ ਜੀ ਐਵੇਂ ਕੈਨੇਡੀਅਨ ਸਿਟੀਜ਼ਨ ਫਸੇ ਹੋਏ ਹੈ, ਕਿਉਂਕਿ ਮੇਰੇ ਕੋਲ ਵੀ ਕੈਨੇਡੀਅਨ ਸਿਟੀਜ਼ਨ, ਜਿਵੇਂ ਤੁਹਾਨੂੰ ਪਿਛਲੀ ਵਾਰੀ ਦੱਸਿਆ ਸੀ, ਨੌਕਰੀ ਕਰਦੇ ਆ ਇੱਥੇ ਵਰਕ ਪਰਮਿਟ ਤੇ, ਉਹ ਜਾਣਾ ਚਾਹੁੰਦੇ ਸੀ। ਮੈਂ ਉਹਨਾਂ ਨੂੰ ਲਿਖਿਆ, ਮੈਂ ਕਿਹਾ ਜੀ ਇਹ ਹੈ, ਤੇ ਉਹਨਾਂ ਨੇ ਕਿਹਾ ਜੀ ਸਿੱਧੂ ਸਾਹਿਬ, ਤੁਸੀਂ ਅਗਰ ਚਾਹੁੰਦੇ ਹੋ ਕੋਈ ਚਾਰਟਰ ਫਲਾਈਟ ਜਾਂ ਕੋਈ ਤੁਸੀਂ ਆਰਗੇਨਾਈਜ਼ ਕਰਕੇ ਭੇਜਣਾ ਚਾਹੁੰਦੇ ਹੋ, ਸਾਡੇ ਇਹ ਸੈੱਟ ਆਫ ਪ੍ਰੋਸੀਜਰ ਹੈ,
ਤੁਸੀਂ ਸਾਨੂੰ ਲਿਖ ਕੇ ਦੇ ਦਿਓ, ਅਸੀਂ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਭੇਜ ਦਾਂਗੇ ਜੀ। ਮੈਂ ਕਿਹਾ ਠੀਕ ਹੈ ਜੀ। ਅਸੀਂ ਉਹਨਾਂ ਨੇ ਮੈਨੂੰ 7 ਪੁਆਇੰਟਸ ਭੇਜੇ ਸੀ, ਜਿਹੜੇ ਕਿ ਮੈਂ ਤੁਹਾਨੂੰ ਈਮੇਲ ਦੇ ਉੱਤੇ ਸ਼ੇਅਰ ਕੀਤੇ, ਜਿਹਦੇ ਵਿੱਚ ਕੈਨੇਡਾ ਦੀ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਉਹਨਾਂ ਦੀ ਕੇਟ ਟੈਲਫੋਰਡ ਹੈ ਲੇਡੀ ਦਾ ਨਾਮ, ਜਿਹੜੀ ਕਿ ਚੀਫ ਦੇ ਸਟਾਫ ਹੈ, ਜਿਹੜੀ ਉਹਨਾਂ ਦੀ ਮੇਨ ਤੁਹਾਡੇ ਕਾਗਜ਼ਾਤ ਹੈ, ਜਿਹੜੀ ਉਹਨਾਂ ਦੀ ਮੇਨ ਉੱਥੇ ਚੀਫ ਹੈ ਜੀ, ਜਿਹੜੀ ਦੇਖਦੀ ਹੈ, ਉਹ ਵੀ ਇਸ ਈਮੇਲ ਦੇ ਵਿੱਚ ਇਨਵੋਲਵਡ ਹੈ। ਕੈਨੇਡੀਅਨ ਹਾਈ ਕਮਿਸ਼ਨ ਇੰਡੀਆ ਚ ਇਨਵੋਲਵਡ ਹੈ, ਜਿਹਦਾ ਨਾਮ ਇੱਥੇ ਆਪਣੇ ਨਾਦਰ ਪਟੇਲ ਸਾਹਿਬ ਹੈ, ਮੀਆ ਜੈਨ ਜਿਹੜੇ ਪੰਜਾਬ ਦੀ ਇੱਥੇ ਜਨਰਲ ਹੈ, ਸਾਰੇ ਈਮੇਲ ਦੇ ਵਿੱਚ ਇਨਵੋਲਵਡ ਹੈ। ਉਹਨਾਂ ਦੀ ਈਮੇਲ ਆਈਡੀਜ਼ ਹੈ। ਉਹਨਾਂ ਨੇ ਸਾਨੂੰ ਲਿਖਿਆ ਜੀ ਤੁਸੀਂ ਸਾਨੂੰ ਇਹ 7 ਚੀਜ਼ਾਂ ਕਰਕੇ ਭੇਜੋ ਤਾਂ ਕਿ ਅਸੀਂ ਇਹਨੂੰ ਪ੍ਰੋਸੈਸ ਕਰਕੇ ਇੰਡੀਅਨ ਜਿਹੜੇ ਇੱਥੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ ਉਹਨਾਂ ਨੂੰ ਅਸੀਂ ਭੇਜਾਂਗੇ, ਤੇ ਉਹ ਜਦੋਂ ਅਪਰੂਵ ਕਰ ਦੇਣਗੇ ਸਾਰੇ ਡਾਕੂਮੈਂਟਸ ਕਿ ਜਿਹੜੀ ਤੁਸੀਂ 에ਅਰਲਾਈਨ ਨਾਲ ਟਾਈ ਅਪ ਕੀਤਾ ਹੈ, ਜਿਹੜੀ 에ਅਰਲਾਈਨ ਦੇ ਡਾਕੂਮੈਂਟਸ ਹੈ, ਜਹਾਜ਼ਾਂ ਦੇ ਸਾਰੇ ਜਿਹੜੇ ਤੁਹਾਨੂੰ ਕਿਹਾ ਸੀ, ਅਸੀਂ ਉਸ ਤੁਹਾਨੂੰ ਪਰਮਿਸ਼ਨ ਲੈ ਦਾਂਗੇ, ਜਿਹੜਾ ਨੋਟ ਦੇ ਵਰਬਲ ਕਿ ਉਹ ਤੁਹਾਨੂੰ ਪਰਮਿਸ਼ਨ ਮਿਲ ਜਾਏਗੀ ਜਿਹੜੀ ਤੁਸੀਂ ਚਾਰਟਰ ਕੰਪਨੀ ਕਰਕੇ ਦੇ ਰਹੇ ਹੋ, ਕਿਉਂਕਿ ਉਹ ਚਾਰਟਰ ਜਹਾਜ਼ ਮੇਰੇ ਨਾਂ ਤੇ ਨਹੀਂ ਹੋਣੇ ਸੀ, ਜਿਹੜੀ ਚਾਰਟਰ ਕੰਪਨੀ ਉਹਦੇ ਨਾਂ ਤੇ ਜੀ। ਉਹ ਅਸੀਂ ਸਾਰੇ ਡਾਕੂਮੈਂਟਸ ਬਣਾ ਕੇ ਉਹ ਚਾਰਟਰ ਕੰਪਨੀ ਦੇ ਥਰੂ ਉਹਨਾਂ ਨੂੰ ਭੇਜਦੇ ਸੀਗੇ ਜੀ। ਉਸ ਬੇਸ ਤੇ ਸਾਨੂੰ ਫਿਰ ਪਰਮਿਸ਼ਨ ਮਿਲੀ ਸੀ 8 ਫਲਾਈਟਾਂ ਦੀ, ਇੱਥੋਂ ਤੋਂ ਫਰੈਂਕਫਰਟ ਤੋਂ ਅੱਗੇ ਫਰੈਂਕਫਰਟ ਦੀ ਜਿਹੜੀ ਉੱਥੇ ਦੀ ਗਵਰਨਮੈਂਟ ਦੀ ਉਹ ਦਿੰਦੀ ਹੈ ਜੀ, ਉਹ ਸਾਰੇ ਡਾਕੂਮੈਂਟਸ ਉਹ ਵੀ ਤੁਹਾਨੂੰ ਨਾਲ ਜਨਤਕ ਕਰਤੇ हैं ਜੀ ਕਿ ਵੀ ਇਹ ਪਰਮਿਸ਼ਨ ਸਾਨੂੰ ਮਿਲ ਗਈ ਸੀਗੀ ਜੀ। ਹਾਂਜੀ, ਉਹ ਡਾਕੂਮੈਂਟਸ ਸਾਰੇ ਬਾਏ ਦਾ ਸਿਸਟਮ ਹੋਏ, ਸਾਰਾ ਕੁਝ ਸਾਡੇ ਕੋਲ ਡਾਕੂਮੈਂਟਸ ਅਸੀਂ ਸਿਸਟਮ ਦੇ ਮੁਤਾਬਿਕ ਕੈਨੇਡੀਅਨ ਹਾਈ ਕਮਿਸ਼ਨ ਨੂੰ ਇਨਵੋਲਵ ਕਰਕੇ ਤੁਹਾਨੂੰ ਈਮੇਲਸ ਕੀਤੀਆਂ। ਅਸੀਂ ਹੋਰ ਵੀ ਚਾਹੋਗੇ, ਅਸੀਂ ਬਿਕੋਜ਼ ਈਮੇਲ ਇੱਕ ਨਹੀਂ ਹੈ, ਤੁਸੀਂ ਸੋਚ ਨਹੀਂ ਸਕਦੇ 20 ਈਮੇਲ ਸ਼ੇਅਰ ਹੋਈਆਂ। ਤੁਹਾਡਾ ਮੈਂ ਜਿਹੜੀ ਈਮੇਲ ਸ਼ੇਅਰ ਕੀਤੀ ਹੈ ਇਹ ਮੇਜਰ ਈਮੇਲ ਦਾ ਜਿਹਦੇ ਚ ਐਕਚੁਅਲ ਡਾਕੂਮੈਂਟ ਸ਼ੇਅਰ ਹੋਏ ਹੈ, ਜਿਹਦੇ ਚ ਸਾਰੀ ਇਨਫੋਰਮੇਸ਼ਨ ਹੈਗੀ, ਜਿਹਦੇ ਨਾਲ ਕੋਈ ਵੀ ਲੇਮੈਨ ਸਮਝ ਸਕਦਾ ਹੈ ਕਿ ਇਹ ਕਿਵੇਂ ਪ੍ਰੋਸੈਸ ਚੱਲਿਆ ਜੀ। ਸਿੱਧੂ ਸਾਹਿਬ ਤੁਹਾਡੀ ਗੱਲ ਅਸੀਂ ਪਹਿਲਾਂ ਵੀ ਬੜੇ ਧਿਆਨ ਨਾਲ ਸੁਣੀ ਸੀ, ਹੁਣ ਵੀ ਮੈਂ 1-2 ਦਿਨ ਪਹਿਲਾਂ ਜੀ ਕੈਨੇਡੀਅਨ MP ਨੇ ਰਮੇਸ਼ ਸੰਘਾ ਸਾਹਿਬ, ਉਹਨਾਂ ਨਾਲ ਅਸੀਂ ਗੱਲ ਕੀਤੀ ਤੇ ਉਹਨਾਂ ਨੇ ਸਵਾਲ ਦੇ ਜਵਾਬ ਦੇ ਵਿੱਚੋਂ ਹੀ ਇੱਕ ਸਵਾਲ ਕੱਢਤਾ ਵੀ ਕੁਛ NGO ਨਹੀਂ ਕਹਿ ਸਕਦੇ, ਉਹ ਕਹਿੰਦੇ ਜੀ ਅਸੀਂ ਤਾਂ ਉਹਨਾਂ ਨੂੰ ਟਰੈਵਲ ਏਜੰਟ ਕਹਾਂਗੇ, ਵੀ ਇੱਕ ਟਰੈਵਲ ਏਜੰਟ ਸੀਗੇ ਜਿਹੜੇ ਇੱਕਾ ਦੁੱਕਾ ਆਪਣੀ ਕੋਸ਼ਿਸ਼ ਕਰਨ ਲੱਗੇ ਸੀ ਤੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਆਫਿਸ ਨੂੰ ਇੱਕ ਮੇਲ ਕੀਤੀ, ਉਹਦਾ ਉਹਨਾਂ ਨੂੰ ਨਾ ਹੋ ਗਈ ਤੇ ਉਹ ਆਪਦਾ ਠੰਡੇ ਹੋ ਕੇ ਬਹਿ ਗਏ। ਉਹਦੇ ਨਾਲ ਸਾਡਾ ਜਿਹੜਾ ਪਹਿਲਾ ਮਤਲਬ ਜਿਹਦੇ 'ਚ ਹੁਣ ਜਿਵੇਂ ਰਾਊਂਡ 4 ਚੱਲ ਰਿਹਾ, ਵੀ ਪਹਿਲਾ ਰਾਊਂਡ ਸਾਡਾ ਬੜਾ ਡਿਸਟਰਬ ਹੋਇਆ ਕਿਉਂਕਿ ਲੋਕ ਛੱਛੋ-ਪੰਜ ਦੇ ਵਿੱਚ ਪੈ ਗਏ ਵੀ ਅਸੀਂ ਕਿਹੜੀ ਫਲਾਈਟ ਬੁੱਕ ਕਰਾਈਏ ਔਰ ਕਿਹੜੀ ਨਾ ਕਰਾਈਏ, ਕਿਉਂਕਿ ਕੈਨੇਡੀਅਨਸ ਗਵਰਨਮੈਂਟ ਨੇ $2900 ਦੀ ਟਿਕਟ ਰੱਖੀ ਹੈ ਜੀ, ਤੇ ਜਿਹੜੀ ਤੁਹਾਡੇ ਕਹਿਣ ਮੁਤਾਬਕ ਵੀ ਤੁਹਾਡੀ ਟਿਕਟ ਸੀਗੀ ਵੀ 2000 ਦੇ ਲਗਭਗ ਅਰਾਊਂਡ ਸੀਗੀ ਜੀ। ਤੇ ਉਹ ਕਹਿੰਦੇ ਜੀ ਕੁਛ ਇੱਦਾਂ ਦੀਆਂ ਫਰਾਡ ਟਰੈਵਲ ਏਜੰਸੀਆਂ ਸੀ ਜਿਨ੍ਹਾਂ ਨੇ ਕੁਝ ਡਾਕੂਮੈਂਟ ਬਣਾਏ, ਉਹ ਬਿਹਾਫ ਤੇ ਉਹਨਾਂ ਨੇ ਸਾਨੂੰ ਮੇਲ ਕੀਤੀ ਪ੍ਰਾਈਮ ਮਿਨਿਸਟਰ ਆਫਿਸ ਨੂੰ, ਪਰ ਪ੍ਰਾਈਮ ਮਿਨਿਸਟਰ ਆਫਿਸ ਨੇ ਉਹ ਰਿਜੈਕਟ ਕਰਕੇ ਉਹਨਾਂ ਨੂੰ ਭੇਜਤੀ, ਮੁੜ ਕੇ ਉਹ ਠੰਡੇ ਹੋ ਕੇ ਬਹਿ ਗਏ। ਪਰ ਲੋਕ ਉਹਦੇ ਨਾਲ ਕਹਿੰਦੇ ਬੜੇ ਡਿਸਟਰਬ ਹੋਏ। ਤੇ ਮੈਂ ਫਿਰ ਉਹਨਾਂ ਨਾਲ ਜਦੋਂ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਮੈਨੂੰ ਕਿਹਾ ਵੀ ਪੇਪਰ ਰੈਡੀ ਨੇ, ਤੁਸੀਂ ਮੈਨੂੰ ਪੇਪਰ ਭੇਜਤੇ। ਹੁਣ ਤੁਸੀਂ ਇਹਦੇ ਬਾਰੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਿਹੜੇ ਉਹ ਕਹਿੰਦੇ ਸੀ, ਕਿਉਂਕਿ ਇਹ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ, ਵੀ ਜਿਵੇਂ ਸਾਨੂੰ ਤੁਸੀਂ ਐਪਲੀਕੇਸ਼ਨ ਅਪਰੂਵਲ ਤੁਹਾਡੀ ਜਿਹੜੀ ਆਈ ਆ ਤੇ ਇਹਦੇ ਵਿੱਚ ਜੀ ਜਿਵੇਂ ਆਪਾਂ ਤੁਹਾਡਾ ਲਾਇਸੈਂਸ ਕਹਿ ਲਈਏ, ਤੁਹਾਨੂੰ ਜਿਹੜੀ ਪਰਮਿਸ਼ਨ ਮਿਲੀ ਆ ਜੀ ਉਹ ਵੀ ਕਹਿ ਦਈਏ, ਤੇ ਜਿਹਦੇ ਵਿੱਚ ਇਹ 14/4 ਤੇ ਆਪਣੇ ਅਪ੍ਰੈਲ ਦੀ ਜੀ ਇਹ ਫਿਰ ਦੂਸਰੀ ਆ ਜੀ ਟੋਟਲ, ਜਿਹਦੇ ਵਿੱਚ ਆਪਣੇ ਹੈਗੇ ਆ ਜੀ ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਜਨਰਲ ਨੇ ਜੀ ਉਹਨਾਂ ਦੀ। ਤੁਸੀਂ ਦੱਸੋ ਜੀ ਇਹਦੇ ਬਾਰੇ, ਤੁਸੀਂ ਕੀ ਜਾਣਨਾ ਪਾਉਣਾ ਚਾਹੁੰਦੇ? ਮੈਂ ਤੁਹਾਨੂੰ ਦੇਖੋ ਇਹ 'ਚ ਬੜਾ ਸਿੰਪਲ ਜਿਹਾ ਦੱਸਦਾ, ਉੱਥੇ ਉਹ ਤੁਹਾਡੇ ਪੜ੍ਹੇ ਲਿਖੇ ਮੈਂਬਰ ਪਾਰਲੀਮੈਂਟ ਹੈਗੇ ਜੀ, ਜਿਹੜੇ ਕੈਨੇਡਾ ਦੇ, ਮੈਂ ਹਮੇਸ਼ਾ ਕਹਿੰਦਾ ਲਰਨਡ ਤੇ ਪੜ੍ਹੇ ਲਿਖੇ MP ਹੈ ਜੀ, ਉਹਨਾਂ ਨੂੰ ਇਹ ਨਹੀਂ ਪਤਾ ਇਹ ਪ੍ਰੋਸੈਸ ਹੁੰਦਾ ਕਿਵੇਂ ਹੈ ਜੀ। ਅਸੀਂ ਜਦੋਂ ਇਹਦੇ 'ਚ ਈਮੇਲ 'ਚ ਬੜਾ ਕਲੀਅਰ ਲਿਖਿਆ ਹੈ, ਸਾਨੂੰ ਕੈਨੇਡੀਅਨ ਹਾਈ ਕਮਿਸ਼ਨ ਨੇ ਕਲੀਅਰਲੀ ਪੁੱਛਿਆ ਸੀ ਤੁਸੀਂ ਕੀ ਕਾਸਟ ਰੱਖਣੀ ਹੈ ਟਿਕਟ ਦੀ ਜੀ। ਅਸੀਂ ਇੱਕ ਇੱਕ ਚੀਜ਼ ਉਹਨਾਂ ਨੂੰ ਬੜੀ ਬਲੈਕ ਐਂਡ ਵਾਈਟ ਦਿੱਤੀ ਜੀ। ਉਹਨਾਂ ਨੇ ਸਾਰੀ ਇਨਫੋਰਮੇਸ਼ਨ ਜਦ ਪ੍ਰੋਸੈਸ ਕੀਤੀ, ਚੈੱਕ ਕੀਤੀ, ਉਹਨਾਂ ਨੇ 3 ਦਿਨ ਇਹਨੂੰ ਸਾਰਿਆਂ ਨੂੰ ਲਾਇਆ ਹਿਸਾਬ ਨੂੰ ਪੜ੍ਹਨ 'ਚ ਕਰਕੇ, ਉਹਨਾਂ ਨੇ ਫਿਰ ਇੰਡੀਅਨ ਗਵਰਨਮੈਂਟ ਨੂੰ ਫਾਰਵਰਡ ਕੀਤੀ ਜੀ ਵੀ ਸਾਡੇ ਕੋਲ ਆਈ ਸੀ, ਸਾਨੂੰ ਲੱਗਦੀ ਹੈ ਇਹਨਾਂ ਨੂੰ ਅਪਰੂਵ ਕੀਤਾ ਜਾਏ। ਉਹਨਾਂ ਦੇ ਬੇਸ ਤੇ ਹੀ ਇਹ ਫਲਾਈਟਸ ਦੀ ਅਪਰੂਵਲ ਹੋਈ ਹੈ
ਜੀ ਮੈਂ ਇਸ ਗੱਲ ਤੇ ਬੜਾ ਕਹਿਣਾ ਚਾਹੁੰਦਾ ਕੈਨੇਡੀਅਨ ਐਮਪੀਜ਼ ਨੇ ਉਦੋਂ ਬੜਾ ਇਹ ਰੌਲਾ ਪਾਇਆ ਜੀ ਇੱਥੋਂ ਫਲਾਈਟਾਂ ਅੰਮ੍ਰਿਤਸਰ ਤੋਂ ਚੱਲ ਹੀ ਨਹੀਂ ਸਕਦੀਆਂ ਜੀ ਜਦੋਂ ਅਸੀਂ ਅਪਲਾਈ ਕੀਤਾ ਸੀ ਉਦੋਂ ਕੋਈ ਵੀ ਕੈਨੇਡਾ ਦੀ ਜਿਹੜੀ ਫਲਾਈਟ ਹੈ ਅੰਮ੍ਰਿਤਸਰ ਤੋਂ ਨਹੀਂ ਚੱਲ ਰਹੀ ਸੀ, ਦਿੱਲੀ ਤੋਂ ਸ਼ੁਰੂ ਹੋਈਆਂ ਸੀ। ਜੀ ਜਦ ਅਸੀਂ ਇਹ ਸਾਰੀ ਕਾਰਵਾਈ ਕੀਤੀ, ਇਹ ਅਪਰੂਵਲ ਮਿਲ ਗਈ, ਇਹਨਾਂ ਨੇ ਦੇਖਿਆ ਕਿ ਅਪਰੂਵਲ ਹੋ ਗਈ ਤਾਂ ਇਹਨਾਂ ਨੂੰ ਪਤਾ ਚੱਲ ਗਿਆ ਤਾਂ ਇੱਥੋਂ ਅਪਰੂਵ ਹੋ ਗਈ ਹੈ ਜੀ, ਅੰਮ੍ਰਿਤਸਰ ਤੋਂ ਫਲਾਈਟਾਂ ਜਾ ਸਕਦੀਆਂ ਜੀ। ਇਹਨਾਂ ਨੇ ਉਸੇ ਟਾਈਮ ਜਿਹੜੇ ਤੁਸੀਂ ਮੈਂਬਰ ਪਾਰਲੀਮੈਂਟ ਦੀ ਗੱਲ ਕਰ ਰਹੇ ਹੋ, ਇਹਨਾਂ ਨੇ ਕਿਸੇ ਉੱਥੇ ਨਿਊਜ਼ ਚੈਨਲ ਤੇ ਆ ਕੇ ਫਿਰ ਕੁਝ ਹੋਰ ਜਿਹੜੇ ਇੱਥੇ ਇਹਨਾਂ ਦੇ ਅੰਬੈਸੀ ਦੇ ਬੰਦਿਆਂ ਨੇ ਟਵੀਟ ਕਰਨਾ ਸ਼ੁਰੂ ਕਰਤਾ ਜੀ ਅਸੀਂ ਤਾਂ ਜੀ ਸਪੋਜ਼ ਨਹੀਂ ਕਰਦੇ, ਇਹਨਾਂ ਦੀ ਹੈਲਪ ਨਹੀਂ ਕਰਨਾ ਚਾਹੁੰਦੇ, ਤੁਸੀਂ ਸਾਡੇ ਨਾਲ ਹੀ ਗੱਲ ਕਰੋ। 3-4 ਦਿਨ ਸਾਨੂੰ ਜਿਹੜਾ ਉਲਝਾ ਕੇ ਰੱਖਿਆ, ਉਹ 3-4 ਦਿਨ 'ਚ ਇਹਨਾਂ ਨੇ ਟਵੀਟਸ ਕਰਨੀਆਂ ਸ਼ੁਰੂ ਕਰਤੀਆਂ, ਸੋਸ਼ਲ ਮੀਡੀਆ ਤੇ ਪਾਉਣਾ ਸ਼ੁਰੂ ਕਰਤਾ ਜੀ ਅਸੀਂ ਕਿਸੇ ਦੀ ਨਹੀਂ ਹੈਲਪ ਕਰਨੀ, ਤੁਸੀਂ ਸਾਡੇ ਨਾਲ ਹੀ ਗੱਲ ਕਰੋ ਜੀ। ਕਿਉਂਕਿ ਉਸ ਟਾਈਮ ਜਿਹੜੀਆਂ ਟਿਕਟਾਂ ਵੇਚ ਰਹੇ ਸੀਗੇ ਇਹ ਕੈਨੇਡੀਅਨ ਹਾਈ ਕਮਿਸ਼ਨ, ਇੱਕ ਟਰੈਵਲ ਏਜੰਟ ਜਿਹਦਾ ਨਾਮ ਮੈਂ ਤੁਹਾਡੇ ਸਾਹਮਣੇ ਹੁਣ ਜਨਤਕ ਕਰਾਂਗਾ, ਕਾਰਪੋਰੇਟ ਫਲਾਇਰ ਸੀਗਾ, ਉਹ 3200 ਤੋਂ ਲੈ ਕੇ $4200 ਦੀ ਟਿਕਟ ਵੇਚ ਰਿਹਾ ਸੀ। ਲੋਕਾਂ ਨੇ ਲਿੱਤੀ, ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪਾਈਆਂ, ਕਈ ਥਾਵਾਂ ਤੇ ਬਹੁਤ ਨਿਊਜ਼ ਚੈਨਲ ਤੇ ਕੀਤਾ ਵੀ ਇੰਨੇ ਮਹਿੰਗੇ, ਤੇ ਉਸ ਜਿਹੜਾ ਕਾਰਪੋਰੇਟ ਫਲਾਇਰਸ ਦੇ ਓਨਰ ਸੀ ਉਹਨਾਂ ਦੀ ਫੋਟੋਗ੍ਰਾਫਸ ਬੜੇ ਪੋਲੀਟੀਸ਼ੀਅਨਸ ਨਾਲ, ਕੈਨੇਡੀਅਨ ਸਭ ਨਾਲ ਹੈ, ਇੰਨੀਆਂ ਮਹਿੰਗੀਆਂ ਉਹਨੇ ਟਿਕਟਸ ਵੇਚੀਆਂ। ਤੇ ਕਿਸ ਹਿਸਾਬ ਨਾਲ ਉਹਨਾਂ ਨੇ ਜਦ ਕੈਂਸਲ ਵੀ ਕਰਦੇ ਸੀ $800 ਉਹਨਾਂ ਦੀ ਕੈਂਸਲੇਸ਼ਨ ਚਾਰजेस, ਉਹ ਬੜੀ ਵੱਡੀ ਚੀਜ਼ ਹੈ। ਅਲੱਗ ਫੋਟੋਗ੍ਰਾਫਸ ਹੈ, ਉਹ ਸੋਸ਼ਲ ਮੀਡੀਆ ਤੇ ਆਲਰੇਡੀ ਚੱਲ ਰਹੀਆਂ ਜੀ, ਜਿਹੜੀਆਂ ਕਿ ਲੋਕੀ ਦੇਖ ਸਕਦੇ ਆ ਜੀ। ਅਸੀਂ ਜਦ ਦੇਖਿਆ ਕਿ ਇੰਨੀ ਤਾਂ ਕਾਸਟ ਹੀ ਨਹੀਂ ਬੈਠਦੀ, ਜਦ ਅਸੀਂ ਚੈੱਕ ਕੀਤੀ ਕਾਰਪੋਰੇਟ ਦੂਜਿਆਂ ਨੂੰ, ਉਹ ਕਹਿੰਦੇ ਜੀ ਇੰਨੀ ਕਾਸਟ ਨਹੀਂ, ਅਸੀਂ ਉਹ ਸਾਰੀ ਚੀਜ਼ ਇਹਨਾਂ ਨੂੰ ਦਿੱਤੀ ਤਾਂ ਸਾਰੇ ਸ਼ੌਕ ਹੋ ਗਏ ਕਿ ਇਹ ਕੀ ਗੱਲ ਹੋਈ ਇੰਨੀ ਸਸਤੀ। ਤੇ ਅਸੀਂ 8 ਫਲਾਈਟਾਂ ਦੀ ਪਰਮਿਸ਼ਨ ਵੀ ਲੈ ਲਈ। ਉਸ ਚੀਜ਼ਾਂ 'ਚ ਇਹ ਸਾਰੇ ਡਰ ਗਏ ਵੀ ਇੱਕ ਵਾਰੀ ਆਲ ਆਫ ਅ ਸਡਨ 8 ਫਲਾਈਟਾਂ ਦੀ ਪਰਮਿਸ਼ਨ ਵੀ ਮਿਲ ਗਈ ਇਹਨਾਂ ਨੂੰ, ਅੰਮ੍ਰਿਤਸਰ ਤੋਂ ਫਲਾਈ ਕਰਨ ਦੀ, ਟੋਰਾਂਟੋ ਦੀ ਵੀ, ਵੈਨਕੂਵਰ ਦੀ। ਕਿ ਇਹ ਗੱਲ ਕੀ ਹੋ ਗਈ ਹੈ ਕਿ ਵੀ ਆਲ ਆਫ ਅ ਸਡਨ ਇੱਕ ਬੰਦਾ ਕਿੱਥੋਂ ਉੱਠ ਕੇ ਆ ਕੇ 8 ਫਲਾਈਟਾਂ ਦੀ ਪਰਮਿਸ਼ਨ ਵੀ ਲੈ ਲੈਂਦਾ ਹੈ ਤੇ ਭਰਤੀਆਂ ਵੀ ਕਰ ਲੈਂਦਾ ਹੈ, ਜਿੱਥੇ ਉਹੀ ਕਾਰਪੋਰੇਟ ਫਲਾਇਰ ਇੰਨੀਆਂ ਮਹਿੰਗੀਆਂ ਲੈ ਰਿਹਾ। ਤੇ ਮੈਂ ਉਹੀ ਕਹਿਣਾ ਚਾਹੁੰਦਾ, ਹਾਲੀ ਵੀ ਲੋਕੀ ਤੁਹਾਡੇ ਨਾਲ, ਮੈਂ 2 ਦਿਨ ਦਾ ਤੁਸੀਂ ਮੇਰੇ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼, ਮੈਨੂੰ ਹਾਲੀ ਵੀ ਲੋਕਾਂ ਦੇ ਕਾਲਸ ਆ ਰਹੇ ਜਿਹੜੇ ਪਹੁੰਚ ਵੀ ਗਏ, ਕੁਝ ਲੋਕੀ ਹਾਲੀ ਵੀ ਜਾਣਾ ਚਾਹੁੰਦੇ ਆ ਇੱਥੋਂ, ਉਹ ਹਾਲੀ ਵੀ ਫੋਨਾਂ ਕਰ ਕਰਕੇ ਮੇਰੇ ਤੋਂ ਗਾਈਡੈਂਸ ਲੈ ਰਹੇ ਆ। ਜਦ ਕਿ ਇੱਥੇ ਐਡੀ ਵੱਡੀ ਹਾਈ ਕਮਿਸ਼ਨ ਹੈ, ਐਡੀ ਵੱਡੀ ਇੱਥੇ ਆਪਣਾ ਤੁਸੀਂ ਕਹਿ ਸਕਦੇ ਹੋ ਇਹਨਾਂ ਦੀ ਕਾਉਂਸਲ ਜਨਰਲ, ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ, ਸਾਨੂੰ 4-4 ਘੰਟੇ ਕਾਲਾਂ ਤੇ ਹੋਲਡ ਰੱਖਦੇ ਜੀ, ਸਾਨੂੰ ਕੋਈ ਗਾਈਡੈਂਸ ਨਹੀਂ ਮਿਲਦੀ, ਤੁਸੀਂ ਸਾਡੇ ਹਰ ਇੱਕ ਫੋਨ ਕਾਲ ਲੈਂਦੇ ਹੋ, ਸਾਨੂੰ ਗਾਈਡ ਕਰਦੇ ਹੋ ਜੀ। ਤੇ ਮੈਂ ਉਹੀ ਦੁਬਾਰਾ ਚੀਜ਼ ਜਿਹੜੀ ਤੁਹਾਨੂੰ ਦਿੱਤੇ ਡਾਕੂਮੈਂਟਸ, ਅਸੀਂ ਸਾਰਿਆਂ ਨੂੰ ਉਹ ਡਾਕੂਮੈਂਟਸ ਦੇਣ ਨੂੰ ਤਿਆਰ ਹਾਂ। ਸਾਡੇ ਕੋਲ ਬੜੇ ਕਲੀਅਰ ਡਾਕੂਮੈਂਟਸ ਪਏ ਜੀ, ਇਹਦੇ ਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆਫਿਸ ਦੇ ਡਾਕੂਮੈਂਟਸ ਵੀ ਹੈ ਸਾਡੇ ਕੋਲ ਜੀ। ਉਹਦੇ ਚ ਬੜਾ ਕਲੀਅਰਲੀ ਲਿਖਿਆ ਹੈ, ਕੇਟ ਟੈਲਫੋਰਡ ਮੈਂ ਨਾਮ ਲੈਂਦਾ ਜੀ, ਬਾਕੀ ਕੈਨੇਡੀਅਨ ਹਾਈ ਕਮਿਸ਼ਨ ਦੇ ਜਿਹੜੇ ਕੰਪਨੀ ਤੋਂ ਅਸੀਂ ਜਹਾਜ਼ ਲਿੱਤੇ, ਜਿੰਨਾ ਗੱਲ ਵੀ, ਸਾਰਿਆਂ ਦੀ ਚੀਜ਼ਾਂ ਅਸੀਂ ਇੱਕ ਚੀਜ਼ਾਂ ਅਸੀਂ ਜਨਤਕ ਕੀਤੀਆਂ ਕਿ ਸਾਡੇ ਕੋਲ ਤਾਂ ਡਾਕੂਮੈਂਟਰੀ ਪ੍ਰੂਫ ਹੈ। ਤੁਸੀਂ ਇਹ ਦੱਸੋ ਕਿ ਉਹ ਕਾਰਪੋਰੇਟ ਫਲਾਇਰ 3200 ਤੋਂ ਲੈ ਕੇ $4200 ਦੀ ਟਿਕਟ ਦਿੰਦਾ ਤੇ ਅਸੀਂ ਜਿਹੜੀਆਂ ਟਿਕਟਾਂ ਕੀਤੀਆਂ ਸਸਤੀਆਂ। ਫਿਰ ਸਾਡੀ ਜਦੋਂ ਇਹਨਾਂ ਨੇ ਪਰਮਿਸ਼ਨ ਵਿਡਰਾਅ ਕੀਤੀ, ਅਸੀਂ ਜਦੋਂ ਟਿਕਟਾਂ ਕੈਂਸਲ ਵੀ ਹੋਈਆਂ, ਅਸੀਂ ਕਿਸੇ ਦਾ $1 ਵੀ ਚਾਰਜ ਬੈਕ ਨਹੀਂ ਲਾਇਆ। ਇਹ ਕਾਰਪੋਰੇਟ ਫਲਾਇਰ ਤੇ ਹਾਲੀ ਵੀ ਜਿਹੜੀ ਇਹਨਾਂ ਨੇ ਕੰਪਨੀਜ਼ ਨਾਲ ਟਾਈ ਅਪ ਕੀਤਾ ਹੋਇਆ, ਉਹ 400 ਤੋਂ ਲੈ ਕੇ $800 ਚਾਰਜ ਬੈਕ ਲੈਂਦੀ ਹੈ ਅਗਰ ਟਿਕਟ ਉਹਨਾਂ ਦੀ ਕੈਂਸਲ ਹੁੰਦੀ। ਅਸੀਂ ਤਾਂ ਲਿੱਤਾ ਨਹੀਂ, ਬਿਕੋਜ਼ ਰੀਜ਼ਨ ਕੀ ਹੈ, ਇਹ 'ਚ ਕੋਈ ਚਾਰਜ ਬੈਕ ਨਹੀਂ ਹੁੰਦਾ। ਇਹ ਸਿਰਫ ਹੈ ਇਹਨਾਂ ਨੇ ਟਰੈਵਲ ਏਜੰਟ, ਅਸੀਂ ਟਰੈਵਲ ਏਜੰਟ ਨਹੀਂ ਹੈ, ਪਹਿਲੀ ਗੱਲ। ਦੂਜੀ ਗੱਲ, ਅਸੀਂ ਵੋਲੰਟਰੀ ਬੇਸ ਤੇ ਮਦਦ ਕਰਨ ਲਈ ਕੀਤਾ ਸੀ, ਕਿਉਂਕਿ ਮੇਰੇ ਕੋਲ ਕੈਨੇਡੀਅਨ ਸਿਟੀਜ਼ਨ ਨੌਕਰੀ ਕਰਦੇ ਹੈ, ਮੈਂ ਕੈਨੇਡੀਅਨ ਦੀ ਹੈਲਪ ਕਰਦਾ ਸੀਗਾ ਜੀ। ਗੱਲ ਇਹ ਹੈ ਸਿੱਧੂ ਸਾਹਿਬ, ਜਿਵੇਂ ਹੁਣ ਉਹਨਾਂ ਦੇ, ਜਿਵੇਂ ਉਹਨਾਂ ਦੀ ਕਹਿ ਦਈਏ ਆਪਾਂ ਵੀ ਭਾਸ਼ਾ ਤੋਂ ਇਹ ਲੱਗ ਰਿਹਾ ਸੀ ਵੀ ਜਿਵੇਂ ਉਹਨਾਂ ਦੇ ਕਹਿਣ ਮੁਤਾਬਕ ਜੀ, ਜਿਵੇਂ ਉਹਨਾਂ ਨੇ ਕੋਈ ਪਰਸਨਲੀ ਜਿਵੇਂ ਇਹਦੇ ਵਿੱਚ ਕੋਈ ਹਿੱਸਾ ਲੈ ਕੇ, ਜਿਵੇਂ ਆਪਾਂ ਕਹਿ ਸਕਦੇ ਨਾ ਵੀ ਮੈਨੂੰ ਪਰਸਨਲੀ ਮੈਂ ਕਿਸੇ ਚੀਜ਼ 'ਚ ਇੰਟਰਸਟ ਲਊਂਗਾ ਤਾਂ ਮੈਨੂੰ ਕੁਛ ਚੀਜ਼ਾਂ ਜ਼ਿਆਦਾ ਪਤਾ ਨਹੀਂ, ਬਿਨਾਂ ਗੱਲ ਤੋਂ ਆਪਾਂ ਰੀਜ਼ਨ ਤੋਂ ਕੋਈ ਗੱਲ ਆਪਾਂ ਕੱਢ ਨਹੀਂ ਸਕਦੇ ਜੀ। ਦੂਸਰੀ ਗੱਲ ਉਹਨਾਂ ਨੇ ਵੀ ਕਿਹਾ, ਕਹਿੰਦੇ ਜੇ ਤੁਹਾਨੂੰ ਆਨਲਾਈਨ, ਉਹਨਾਂ ਨੇ ਚੱਲਦੀ ਇੰਟਰਵਿਊ ਦੇ ਵਿੱਚ ਕਿਹਾ ਜੀ, ਸ਼ਾਇਦ ਤੁਸੀਂ ਵੀ ਸੁਣੀ ਹੋਵੇ, ਵੀ ਜੇ ਕੋਈ ਇੱਦਾਂ ਦਾ ਕੋਈ ਡਾਕੂਮੈਂਟ ਹੋਇਆ ਪਲੀਜ਼ ਮੈਨੂੰ ਪ੍ਰੋਵਾਈਡ ਕਰੋ।
ਕਰਵਾਇਓ। ਅਸੀਂ ਉਹਨਾਂ ਨੂੰ ਪ੍ਰੋਵਾਈਡ ਵੀ ਕਰਾਇਆ। ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਜੀ ਲਾਈਨ ਤੇ ਆ ਕੇ ਵੀ ਸਿੱਧੂ ਸਾਹਿਬ ਨਾਲ ਡਿਬੇਟ ਕਰ ਲਓ, ਵੀ ਜਾਂ ਉਹਨਾਂ ਨੂੰ ਦੱਸੋ ਜੇ ਤੁਸੀਂ ਸਹੀ ਹੋ ਜਾਂ ਉਹ ਸਹੀ ਨੇ। ਮੈਂ ਨਹੀਂ ਕਹਿੰਦਾ ਵੀ ਤੁਹਾਡਾ ਨਾਮ ਆ ਜਾਂ ਤੁਸੀਂ ਕਿਹਾ, ਪਰ ਐਟਲੀਸਟ ਤੁਸੀਂ ਐਜ਼ ਏ ਰਿਪਰੈਜ਼ੈਂਟੇਟਿਵ ਹੋ ਕੇ ਆ ਤਾਂ ਸਕਦੇ ਹੋ ਨਾ, ਇੱਕ ਦੂਜੇ ਨੂੰ ਆਪਾਂ ਦੱਸਣ ਪੁੱਛਣ ਵੀ ਹਾਂਜੀ ਦੱਸੋ ਤੁਸੀਂ ਕਿੱਥੇ ਦਿੱਤਾ, ਤੁਸੀਂ ਕਿੱਥੇ ਨਹੀਂ ਦਿੱਤਾ। ਹੁਣ ਜਿਹੜੇ ਡਾਕੂਮੈਂਟ ਤੁਸੀਂ ਸ਼ੋਅ ਕੀਤੇ ਆ, ਜਿਵੇਂ ਤੁਹਾਡੀ ਕਰੂ ਮੈਂਬਰ ਲਿਸਟ ਹੈ ਜੀ ਜਰਮਨ ਦੀ, ਜਿਹੜੇ 에ਅਰਲਾਈਨਸ ਦੀ, ਤੇ ਜਿਹਦੇ ਵਿੱਚ ਅਸੀਂ ਜਿਹੜੀਆਂ ਇਹ ਹੈਗੀ ਐਪਲੀਕੇਸ਼ਨ ਟੂ ਅਪਰੂਵਲ ਨੌਨ ਸਕੈਜੂਲ ਫਲਾਈਟ ਜਿਹੜੀਆਂ ਸਾਰੀਆਂ ਅਲੱਗ-ਅਲੱਗ ਨੇ, ਇਹ ਅਸੀਂ ਦਰਸ਼ਕਾਂ ਨੂੰ ਅਲੱਗ ਤੋਂ ਸਕਰੀਨਸ਼ਾਟ ਦੇ ਵਿੱਚ ਹੁਣ ਕਲੀਅਰ ਨਹੀਂ ਆਏਗਾ, ਅਸੀਂ ਬਾਅਦ 'ਚ ਉਹਨਾਂ ਨੂੰ ਦਿਖਾਵਾਂਗੇ। ਪਰ ਮੇਰਾ ਮਕਸਦ ਇਹ ਕਹਿਣ ਦਾ ਜੀ ਵੀ ਇਹਦੇ ਵਿੱਚ ਕੀ ਦੇਖਦੇ ਹੋ ਤੁਸੀਂ ਵੀ ਇਹਨਾਂ ਦਾ ਕੋਈ ਜਿਹੜਾ ਬੈਨੀਫਿਟ ਹੈ? ਜਿਵੇਂ ਟਿਕਟ ਇੰਨੀ ਮਹਿੰਗੀ ਰੱਖ ਕੇ ਹੁਣ ਉਹੀ ਟਿਕਟ ਤੁਸੀਂ 2000 ਦੀ ਪ੍ਰੋਵਾਈਡ ਕਰਾ ਰਹੇ ਸੀ, ਇਹ 3200 ਤੋਂ ਲੈ ਕੇ 4200 ਦੀ ਟਿਕਟ ਦੇ ਰਹੇ ਆ ਜੀ। ਇਹਦੇ ਵਿੱਚ ਕਿਸ ਕੰਪਨੀਆਂ ਨੂੰ ਜਾਂ ਕਿਹਨਾਂ ਨੂੰ ਫਾਇਦਾ ਮਿਲ ਰਿਹਾ ਸੀ? ਅੰਡਰ ਦੀ ਟੇਬਲ ਲਾ ਲਓ ਜਾਂ ਉੱਪਰੋਂ ਕਹਿ ਲਓ ਜਾਂ ਸਿੱਧੇ ਤੌਰ 'ਤੇ ਕਹਿ ਲਓ ਵੀ ਇਹ ਮਹਿੰਗੀ ਟਿਕਟ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਸੀ? ਉੱਤੋਂ ਕੁਛ ਜਿਹੜੀ 에ਅਰਲਾਈਨਾਂ ਇੱਧਰੋਂ ਗਈਆਂ ਨੇ, ਪਹਿਲਾਂ ਇਹਨਾਂ ਦਾ ਇਹ ਕਹਿਣਾ ਸੀ ਵੀ ਉਹਦੇ 'ਚ 2 ਸੀਟਾਂ ਲੱਗਣਗੀਆਂ, ਇੱਕ ਸੀਟ ਵਿੱਚੋਂ ਪੱਟ ਦਿੱਤੀ ਜਾਏਗੀ, ਆਪਣੇ ਸੇਫ ਡਿਸਟੈਂਸ ਦਾ ਵਿੱਚ ਜਿਹੜਾ ਆਪਣੇ ਜਾਂਦੇ ਕੁਆਰੰਟਾਈਨ ਬੰਦੇ ਕਰਨੇ ਆ ਉਹਦੇ ਵਿੱਚ ਅਲੱਗ ਪੈਸੇ ਚਾਰਜ ਕਰਾਂਗੇ। ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਵੀ ਕੀ ਇਹ ਤੁਹਾਨੂੰ ਲੱਗ ਕੀ ਰਿਹਾ ਵੀ ਕੋਈ ਇਹ ਸਾਜ਼ਿਸ਼ ਸੀ ਜਾਂ ਵੱਧ ਪੈਸੇ ਲੈਣ ਦੀ, ਜਾਂ ਕਿ ਬਦਨਾਮ ਕਰਨ ਦੀ ਵੀ ਹੋਰ ਕੋਈ ਹੈਲਪ ਕਰ ਹੀ ਨਹੀਂ ਸਕਦਾ, ਅਸੀਂ ਆਪਣਾ ਨਾਂ ਮੂਹਰੇ ਕਰਨਾ? ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ ਗਰੇਵਾਲ ਸਾਹਿਬ, ਬੜੀ ਸਿੰਪਲ ਜੀ ਗੱਲ ਹੈ। ਮੈਂ ਨਹੀਂ ਕਹਿੰਦੇ ਨਾ ਕਿਸੇ ਦੇ ਵੱਲ ਤੁਸੀਂ ਉਂਗਲ ਚੱਕੋ 4 ਉਂਗਲਾਂ ਤੁਹਾਡੇ ਵੱਲ ਆਉਂਦੀਆਂ, ਮੈਂ ਕਿਸੇ ਵੱਲ ਉਂਗਲ ਨਹੀਂ ਚੱਕ ਰਿਹਾ। ਮੈਂ ਤਾਂ ਸਿੰਪਲ ਜੇ ਡਾਕੂਮੈਂਟਸ ਸਾਰੀ ਚੀਜ਼ਾਂ ਦੱਸੀਆਂ ਕਿ ਵੀ ਇਹਨਾਂ ਨੇ ਕਿਹਾ ਸੋਸ਼ਲ ਡਿਸਟੈਂਸਿੰਗ ਕਰਨੀ ਹੈ, ਇਹਨਾਂ ਨੇ ਕਿਹਾ ਉਸ ਹਿਸਾਬ ਨਾਲ ਅਸੀਂ ਟਿਕਟਿੰਗ ਕੀਤੀ, ਅਸੀਂ ਟਿਕਟਿੰਗ ਦੀ ਕੋਸਟਿੰਗ ਦਾ ਫਾਰਮੂਲਾ ਵੀ ਦੱਸਿਆ ਕਿ ਵੀ ਅਸੀਂ ਜਿਹੜੀਆਂ ਟਿਕਟਾਂ ਲੈ ਰਹੇ ਹਾਂ, ਅਸੀਂ 80% ਆਕੂਪੈਂਸੀ ਦੇ ਹਿਸਾਬ ਨਾਲ ਕਿ ਜਹਾਜ਼ ਦੇ ਅੰਦਰ ਅਗਰ 100 ਸੀਟਾਂ ਹੈ, ਅਸੀਂ 80 ਸੀਟਾਂ ਦੀ ਕੋਸਟਿੰਗ ਲੈਣੀ ਹੈ। ਅਗਰ ਸਾਨੂੰ ਜਹਾਜ਼ 100 ਰੁਪਏ ਦਾ ਪੈਂਦਾ ਹੈ, ਅਸੀਂ ਉਹਦੇ ਵਿੱਚ 80 ਸੀਟਾਂ ਦੀ ਕੋਸਟ ਕਰਨੀ ਹੈ। ਬੜਾ ਕਲੀਅਰ ਜਿਹਾ ਸਿਸਟਮ ਰੱਖਿਆ। ਅਸੀਂ ਦੱਸਿਆ ਸੀ ਸੋਸ਼ਲ ਡਿਸਟੈਂਸਿੰਗ ਨਹੀਂ ਕਰਾਂਗੇ। ਇਹਨਾਂ ਨੇ ਕਿਹਾ ਜੀ ਅਸੀਂ $3200 ਤੋਂ 4200 ਜਿਹੜੇ ਵੀ ਇਹ ਚਾਰਜ ਕਰ ਰਹੇ ਸੀਗੇ, ਉਹ 'ਚ ਕਹਿੰਦੇ ਸੀ ਸੋਸ਼ਲ ਡਿਸਟੈਂਸਿੰਗ ਕਰਾਂਗੇ, ਇਹ ਕਰਾਂਗੇ, ਉਹ ਇਹਨਾਂ ਦਾ ਚਲੋ ਇਹਨਾਂ ਦਾ ਮੈਟਰ ਸੀਗਾ, ਜਿਵੇਂ ਵੀ ਇਹਨਾਂ ਨੇ ਕਰਨਾ ਸੀ। ਅਸੀਂ ਬੜਾ ਸਿੰਪਲ ਜਿਹਾ ਕਿਹਾ। ਇਹਨਾਂ ਦਾ ਪਹਿਲਾ ਸਵਾਲ ਸੀਗਾ ਜੀ ਅੰਮ੍ਰਿਤਸਰ ਤੋਂ ਫਲਾਈਟ ਨਹੀਂ ਚੱਲ ਸਕਦੀ। ਜਦੋਂ ਮੈਂ ਇਨੀਸ਼ੀਏਟਿਵ ਸਟਾਰਟ ਕੀਤਾ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਹੀ ਕਤਰ ਦੀਆਂ ਫਲਾਈਟਾਂ ਉੱਥੋਂ ਸ਼ੁਰੂ ਹੋਈਆਂ, ਵਿਚ ਵਾਸ ਵੈਰੀ ਕਲੀਅਰ ਕਿ ਅੰਮ੍ਰਿਤਸਰ ਤੋਂ ਚੱਲ ਸਕਦੀਆਂ। ਦੂਜਾ, ਤੁਸੀਂ ਮੰਨੋਗੇ ਨਹੀਂ, ਅਸੀਂ 에ਅਰ ਕੈਨੇਡਾ ਨੂੰ ਵੀ ਲਿਖਿਆ ਕਿ ਅਸੀਂ ਤੁਹਾਡਾ ਪਲੇਨ ਹੈ ਜਿਹੜਾ 에ਅਰ ਚਾਰਟਰ ਕਰਨਾ ਚਾਹੁੰਦੇ ਹਾਂ। 에ਅਰ ਕੈਨੇਡਾ ਤਾਂ ਉੱਥੇ ਦੀ ਨੈਸ਼ਨਲ 에ਅਰਲਾਈਨਸ ਹੈ। 에ਅਰ ਕੈਨੇਡਾ ਕਿਉਂ ਨਹੀਂ ਚਲਾਉਂਦੀ? ਉਹਨਾਂ ਨੇ ਕਤਰ ਤੋਂ ਕਿਉਂ ਪਲੇਨ ਚਾਰਟਰ ਕੀਤੇ? ਉਹਨਾਂ ਨੇ KLM ਤੋਂ ਕਿਉਂ ਕੀਤੇ? ਉਹਨਾਂ ਨੇ ਥਰਡ ਪਾਰਟੀ ਤੋਂ ਕਿਉਂ ਕੀਤੇ? ਇਹ ਤਾਂ ਹੁਣ ਲੋਕੀ ਆਪ ਸਮਝ ਸਕਦੇ ਆ ਕਿ ਆਪਣੀ 에ਅਰਲਾਈਨ ਇੰਡੀਆ ਹੁਣ ਲੋਕਾਂ ਨੂੰ ਕੈਨੇਡਾ ਤੋਂ, ਦੁਨੀਆ ਤੋਂ ਲੋਕਾਂ ਨੂੰ ਲੈ ਕੇ ਆ ਰਹੀ ਹੈ, ਆਪਣੀ 에ਅਰ ਇੰਡੀਆ ਦੇ ਜਹਾਜ਼ ਤੇ ਲੈ ਕੇ ਆ ਰਹੀ ਹੈ। ਤੇ ਕੈਨੇਡਾ ਬੜਾ ਡਿਵੈਲਪਡ ਕੰਟਰੀ, ਜਿਹੜਾ ਕਿ ਕਹਿੰਦੇ ਆ ਕਿ ਦੇਸ਼ ਦੁਨੀਆ ਦੇ ਪਹਿਲੇ 10 ਕੰਟਰੀ 'ਚ ਆਉਂਦਾ ਹੈ, ਉਹ ਆਪਣੀ 에ਅਰਲਾਈਨ ਦੇ ਜਹਾਜ਼ ਨਹੀਂ ਲੈ ਕੇ ਆ ਰਹੀ, ਜਿਨ੍ਹਾਂ ਨੂੰ ਉਹ 75% ਸੈਲਰੀ ਵੀ ਦੇ ਰਹੇ ਆ ਘਰ ਬੈਠਿਆਂ ਨੂੰ। ਉਹਨਾਂ ਦੇ ਜਹਾਜ਼ ਤੇ ਮਿੱਟੀ ਪੈ ਰਹੀ ਹੈ, ਉੱਥੇ ਧੂਲ ਪੈ ਰਹੀ ਹੈ, ਉਹਨਾਂ ਦੇ ਜਹਾਜ਼ ਨਹੀਂ ਇੱਥੇ ਲੈ ਕੇ ਆ ਰਹੇ, ਬਲਕਿ ਉਹ ਦੂਜੇ ਜਹਾਜ਼ਾਂ ਨੂੰ ਕਿਰਾਏ ਤੇ ਕਰਕੇ ਇੱਥੋਂ ਲੈ ਕੇ ਜਾ ਰਹੇ। ਇਹ ਤੋਂ ਤਾਂ ਹੁਣ ਤੁਸੀਂ ਆਪ ਸਮਝ ਸਕਦੇ ਹੋ ਇਹ ਕਿਉਂ ਹੋ ਰਿਹਾ, ਕੀ ਰੀਜ਼ਨ ਹੈ। ਮੈਂ ਨਹੀਂ ਕਹਿੰਦਾ ਕਿ ਉਹਦੇ 'ਚ ਕੋਈ ਕਿਸੇ ਦਾ ਮੰਤਵ ਹੋਏਗਾ, ਜਿਹੜੇ ਮੰਤਵ ਹੋਣਗੇ ਆਪ ਉਹ ਸਮਝਣਗੇ ਜੀ। ਮੈਂ ਤਾਂ ਜਿਹੜੇ ਡਾਕੂਮੈਂਟ ਤੁਹਾਡੇ ਸਾਹਮਣੇ ਰੱਖਦੇ, ਸਾਨੂੰ ਬੜਾ ਕਲੀਅਰ ਕੈਨੇਡੀਅਨ ਹਾਈ ਕਮਿਸ਼ਨ ਨੇ, ਤੁਹਾਡੇ ਪ੍ਰਾਈਮ ਮਿਨਿਸਟਰ ਆਫਿਸ ਨੇ, ਉੱਥੋਂ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਦਿਓ, ਅਸੀਂ ਉਸ ਬੇਸ ਤੇ ਅੱਗੇ ਇਨਫੋਰਮੇਸ਼ਨ ਫਾਰਵਰਡ ਕਰਾਂਗੇ, ਪਰਮਿਸ਼ਨ ਤੁਹਾਨੂੰ ਮਿਲ ਜਾਏਗੀ, ਤੁਸੀਂ ਫਲਾਈ ਕਰ ਸਕਦੇ ਹੋ। ਸਾਨੂੰ ਜਦੋਂ ਫਲਾਈਟ ਦੀ ਪਰਮਿਸ਼ਨ ਮਿਲ ਗਈ, ਅਸੀਂ ਜਦ ਕੈਨੇਡਾ ਦੇ ਵਿੱਚ ਹੀ ਟਿਕਟਸ ਬੁੱਕ ਕਰਨ ਲੱਗੇ ਐਜ਼ ਪਰ ਦਾ ਗਾਈਡਲਾਈਨਸ, ਕੀ ਕਹਿੰਦੇ ਤੁਸੀਂ ਇੰਡੀਆ ਟਿਕਟਸ ਨਹੀਂ ਵੇਚ ਸਕਦੇ। ਅਸੀਂ ਕੋਈ ਗੱਲ ਨਹੀਂ, ਅਸੀਂ ਕੈਨੇਡਾ ਤੋਂ ਕਰਨ ਲੱਗੇ। ਇਹਨਾਂ ਨੇ ਇਮੀਡੀਏਟਲੀ, ਇਹਨਾਂ ਨੂੰ ਇਹ ਹੋ ਗਿਆ, ਕੁਛ ਉੱਥੇ ਜਿਹੜੇ ਪੜ੍ਹੇ ਲਿਖੇ ਮੈਂਬਰ ਸਾਹਿਬਾਨ, ਜਿਹੜੇ ਮੈਂਬਰ ਪਾਰਲੀਮੈਂਟ ਹੈ, ਉਹਨਾਂ ਨੂੰ ਇਹ ਹੋ ਗਿਆ ਕਿ ਉਹਨਾਂ ਨੂੰ ਤਾਂ ਤਕਮਾ ਨਹੀਂ ਮਿਲਣਾ, ਬਿਕੋਜ਼ ਉਸ ਟਾਈਮ ਉਹ ਸ਼ੁਰੂ ਹੋ ਚੁੱਕੇ ਸੀ ਕਹਿਣਾ, ਕਈ ਨਿਊਜ਼ ਚੈਨਲਸ ਤੇ ਆ ਕੇ ਕਹਿਣਾ ਜੀ ਅਸੀਂ ਜੀ ਟਰੈਵਲ ਏਜੰਟ ਹੈ, ਮੇਰਾ ਇੰਟਰਸਟ ਹੈ, ਜਦ ਕਿ ਇਹਦੇ 'ਚ ਨਾ ਅਸੀਂ ਕੋਈ ਇੱਕ ਪੈਸਾ ਕਮਾਉਣਾ ਸੀਗਾ, ਅਸੀਂ ਸਿਰਫ ਹੈਲਪ ਕਰ ਰਹੇ ਸੀ ਪੰਜਾਬੀਜ਼ ਦੀ। ਸਾਨੂੰ ਇਹਦੇ 'ਚ ਕੋਈ ਕਿਸੇ ਦਾ ਕੋਈ ਪਰਸਨਲ ਗੇਨ ਨਹੀਂ ਸੀਗਾ, ਨਾ ਅਸੀਂ ਆਪਣਾ ਨਾਮ ਕਮਾਉਣਾ ਚਾਹੁੰਦੇ ਸੀ, ਨਾ ਨਾਮ ਚਮਕਾਉਣਾ ਚਾਹੁੰਦੇ ਸੀਗੇ ਜੀ, ਨਾ ਲੋੜ ਹੈ ਅੱਜ ਤੱਕ ਸਾਨੂੰ। ਇਹ ਤਾਂ ਇਹਨਾਂ ਨੂੰ ਇਸ਼ੂ ਬਣਿਆ ਕਿ ਵੀ ਇਹਨੂੰ ਤਾਂ ਪਰਮਿਸ਼ਨ ਵੀ ਮਿਲ ਗਈ ਜੀ 8 ਫਲਾਈਟਾਂ ਦੀ,
ਜਦ ਕਿ ਸਾਨੂੰ ਉੱਥੇ 2 ਫਲਾਈਟਾਂ ਦੀ ਇਹਨਾਂ ਨੂੰ ਮਿਲੀ ਸੀ, ਉਹ ਵੀ ਦਿੱਲੀ ਤੋਂ ਕਾਰਪੋਰੇਟ ਫਲਾਇਰ ਦੀ, ਕਿ ਉਹ ਕਿਵੇਂ ਜਾਣਗੇ ਜੀ। ਫਿਰ ਇੱਥੋਂ ਪੰਜਾਬ ਤੋਂ ਦਿੱਲੀ ਤੱਕ ਜਾਣ ਲਈ $800 ਇਹ ਚਾਰਜ ਕਰ ਰਹੇ ਸੀ। ਲੋਕਾਂ ਨੇ ਆ ਕੇ ਨਿਊਜ਼ ਚੈਨਲਸ ਤੇ ਬੋਲਿਆ ਤੁਹਾਡੇ ਉੱਥੇ ਜੀ ਤੇ ਤੁਹਾਡੇ ਇੱਥੇ ਕੈਨੇਡਾ ਦੇ ਵਿੱਚ ਮੈਂ ਦੱਸਣਾ ਚਾਹੂੰਗਾ 2-3 ਨਿਊਜ਼ ਚੈਨਲ ਨੇ ਕਿਹਾ ਜੀ ਅਸੀਂ ਫਲਾਈਟਾਂ ਚਲਾਈਆਂ, ਸਾਡੇ ਅਗੇਂਸਟ FIR ਹੋ ਗਈ। ਇੰਨਾ ਝੂਠ ਬੋਲਿਆ, ਇੰਨਾ ਕੁਫਰ ਤੋਲਿਆ ਉਹਨਾਂ ਨੇ ਨਿਊਜ਼ ਚੈਨਲਸ ਨੇ। ਇੱਕ ਕੋਈ ਟੋਰਾਂਟੋ ਦਾ ਨਿਊਜ਼ ਚੈਨਲ ਹੈ ਤੇ ਇੱਕ ਕੋਈ ਵੈਨਕੂਵਰ ਬੇਸਡ ਹੈ, ਉੱਥੇ ਕੋਈ ਨਿਊਜ਼ ਚੈਨਲ ਚਲਾਉਂਦੇ। ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਅਸੀਂ ਕਿਸੇ ਹਿਊਮੈਨਿਟੀ 'ਚ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਹਾਂ ਤੇ ਲੋਕੀ ਉੱਥੇ ਇਹਦੇ ਦਾ ਮਜ਼ਾਕ ਉਡਾ ਰਹੇ ਆ ਕਿ ਅਸੀਂ ਕਿਸੇ ਲੋਕਾਂ ਦੀ ਹੈਲਪ ਕਰਦੇ ਹਾਂ। ਤੇ ਹੁਣ ਵੀ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਲੋਕੀ ਕੀ ਕਹਿ ਰਹੇ ਆ ਕਿ ਅਸੀਂ ਕਿਸ ਤਰ੍ਹਾਂ ਹੈਲਪ ਕੀਤੀ ਹੈ ਤੇ ਕਿਉਂ ਹੈਲਪ ਕੀਤੀ ਹੈ। ਇਹ ਲੋਕਾਂ ਨੂੰ ਜਗ ਜ਼ਾਹਿਰ, ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਸਭ ਨੂੰ ਜਗ ਜ਼ਾਹਿਰ ਹੈ ਕਿ ਅਸੀਂ ਕਿਵੇਂ ਹੈਲਪ ਕੀਤੀ ਹੈ ਲੋਕਾਂ ਦੀ ਤੇ ਕੀ ਚੀਜ਼ ਕੀਤੀ ਹੈ। ਡਾਕੂਮੈਂਟਰੀ ਪ੍ਰੂਫ ਅਵੇਲੇਬਲ ਹੈ ਸਾਰਿਆਂ ਲਈ ਜੀ। ਜਿਹੜੀ ਜੇ ਆਪਾਂ ਮੰਨ ਲਓ ਜੀ ਇੱਕ ਲੋਕਲ ਫਲਾਈਟ ਹੈ, ਲੈਟਸ ਸੇ ਆਪਾਂ 에ਅਰ ਇੰਡੀਆ ਲਾ ਲਈਏ, ਆਪਣੇ ਇੱਥੋਂ ਜਹਾਜ਼ ਜਾਂਦੇ ਆ, ਉੱਥੋਂ ਪੈਸੇਂਜਰ ਲੈ ਕੇ ਆਉਂਦੇ ਆ, ਤੇ ਜੇ ਆਪਾਂ ਇੱਥੋਂ ਕੋਈ ਪ੍ਰਾਈਵੇਟ ਕੰਪਨੀ ਹਾਇਰ ਕਰਦੇ ਆ, ਉਹਦੇ ਤੇ ਉਹਦੇ ਰੇਟ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੁੰਦਾ ਜੀ ਤੁਹਾਡੇ ਹਿਸਾਬ ਨਾਲ? ਦੇਖੋ ਜੀ, ਰੇਟ ਡਿਫਰੈਂਸ ਕਾਫੀ ਹੁੰਦਾ, ਡਿਪੈਂਡ ਕਰਦਾ। ਸਪੋਜ਼ ਜਿਵੇਂ ਅਸੀਂ ਹੁਣ ਇੱਥੋਂ ਫਲਾਈਟਸ 에ਅਰ ਇੰਡੀਆ ਹੁਣ ਜਾ ਰਹੀ ਹੈ ਜੀ, ਜੀ 에ਅਰ ਇੰਡੀਆ ਨੇ ਇੱਥੋਂ ਫਲਾਈਟਸ ਲੈ ਕੇ ਜਾਣੀ ਹੈ, ਉੱਥੋਂ ਬੰਦੇ ਲੈ ਕੇ ਆਣੇ ਆ ਆਪਣੇ ਨਾਲ ਵਾਪਸ। ਜੀ ਸਰ ਜਾਣਾ ਹੈ, ਜਿਵੇਂ ਆਪਾਂ ਸਿੰਪਲ ਜੀ ਗੱਲ ਹੈ, ਮੈਂ ਇਹਨੂੰ ਥੋੜੀ ਜੀ ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਦੱਸਣ ਲੋਕਾਂ ਨੂੰ ਚਾਹੂੰਗਾ ਕਿ ਜਿਵੇਂ ਇੱਥੋਂ ਬੱਸ ਜਾਂਦੀ ਹੈ ਦਿੱਲੀ, ਇੱਥੋਂ ਬੱਸ ਨੇ ਜਾਂ ਟੈਕਸੀ ਨੇ ਜਾਣਾ ਦਿੱਲੀ 에ਅਰਪੋਰਟ ਕਿਉਂ ਛੱਡਣਾ, ਉਹਨੇ ਆਪਣਾ ਕਿਰਾਇਆ ਲੈਣਾ ਹੈ ਜੀ 6000 ਰੁਪਇਆ। ਜੀ ਉਹਨੇ 6000 ਆਉਣ ਜਾਣ ਦਾ ਲੈ ਲੈਣਾ, ਤੁਸੀਂ ਉੱਥੇ ਜਾ ਕੇ ਉਤਰ ਜਾਓ, ਉੱਥੋਂ ਸਵਾਰੀ ਲੈ ਆਉਂਦਾ। ਜੀ ਇਸੀ ਤਰੀਕੇ ਨਾਲ 에ਅਰਲਾਈਨ ਜੋ ਆਪਰੇਟ ਕਰਦੀ ਹੈ, ਕਹਿੰਦੇ ਅਸੀਂ ਤੁਹਾਨੂੰ ਛੱਡਣ ਜਾ ਰਹੇ ਹਾਂ, ਵਾਪਸੀ ਸਾਨੂੰ ਸਵਾਰੀ ਮਿਲੇ ਨਾ ਮਿਲੇ, ਅਸੀਂ ਤਾਂ ਤੁਹਾਡੇ ਤੋਂ ਆਉਣ ਜਾਣ ਦਾ ਕਿਰਾਇਆ ਲੈ ਲੈਣਾ। ਠੀਕ ਹੈ ਜੀ। ਹੁਣ 에ਅਰ ਇੰਡੀਆ ਵੀ ਹੁਣ ਇੱਥੋਂ ਜਿਹੜੀਆਂ PR ਨੂੰ, ਪਰਮਾਨੈਂਟ ਰੈਜ਼ੀਡੈਂਟਸ ਨੂੰ, ਵਰਕ ਪਰਮਿਟ ਹੋਲਡਰਸ ਨੂੰ ਵੀ ਜਿਹੜੇ ਨੀਡੀ ਹੈ ਉਹਨਾਂ ਨੂੰ ਲੈ ਕੇ ਜਾ ਰਹੇ ਹੈ। ਜੀ ਇਸੀ ਕਰਕੇ ਉਹਨਾਂ ਦੇ ਕਿਰਾਏ ਘੱਟ ਹੈ, ਬਿਕੋਜ਼ ਉਹਨਾਂ ਕੋਲ ਆਉਣ ਜਾਣ ਦਾ ਬਣਿਆ ਹੋਇਆ ਸਾਧਨ। ਉਹਨਾਂ ਨੇ ਵੀ ਆਪਣਾ ਆਪਰੇਟਿੰਗ ਕਾਸਟ, ਹੋਰ ਕਈ ਚੀਜ਼ਾਂ ਹੁੰਦੀਆਂ, ਪਰਮਿਸ਼ਨ, ਬਹੁਤ ਇਹਦੇ 'ਚ ਚੀਜ਼ਾਂ ਹੁੰਦੀਆਂ ਜਿਹੜੀਆਂ ਇਨਵੋਲਵ ਹੁੰਦੀਆਂ। ਲੋਕੀ ਉਹਦੀ ਕਾਸਟ ਇਹ ਸਾਰੀਆਂ 에ਅਰਲਾਈਨਸ ਤੇ ਗਵਰਨਮੈਂਟਸ ਇਨਕਲੂਡ ਕਰਦੀਆਂ। ਉਹ ਸਾਨੂੰ ਵੀ ਨਹੀਂ ਪਤਾ ਹੁੰਦੀਆਂ, ਤਾਂ ਹੀ ਕਰਕੇ ਅਸੀਂ ਜਿਹੜੀਆਂ ਪ੍ਰੋਫੈਸ਼ਨਲ ਚਾਰਟਰ ਕੰਪਨੀਜ਼ ਨੇ ਅਸੀਂ ਉਹਨੂੰ ਹਾਇਰ ਕਰਦੇ ਹਾਂ। ਅਸੀਂ ਵੀ ਇਸ ਤਰ੍ਹਾਂ ਹੀ ਇੱਕ ਚਾਰਟਰ ਕੰਪਨੀ ਸੀ ਜਿਹਨੂੰ ਦਿੱਲੀ ਹਾਇਰ ਕੀਤਾ ਸੀ, ਫਲਾਈਵੈਲ ਉਹਦਾ ਨਾਮ ਸੀ। ਉਹਨਾਂ ਨੇ ਸਾਰਾ ਸਾਡੇ ਬਿਹਾਫ ਤੇ ਹੀ ਕੰਮ ਕੀਤਾ ਸੀ। ਅਗਰ ਤੁਸੀਂ ਉਹ ਪਰਮਿਸ਼ਨ ਲੈਟਰ ਦੇਖੋ, ਲਿਖਿਆ ਫਲਾਈਵੈਲ ਪ੍ਰਾਈਵੇਟ ਲਿਮਟਿਡ ਹੈ, ਜਿਹੜੀ ਗੜਗਾਉਂ ਦੀ ਕੰਪਨੀ ਹੈ, ਜੀ ਉਹਦਾ ਨਾਮ ਲਿਖਿਆ ਹੋਇਆ ਨੀਚੇ, ਜਿਹੜੀ ਕਿ ਕਾਉਂਟਰ 에ਅਰਲਾਈਨਸ, ਉਹਦਾ ਸਾਰਾ ਉਹ ਇੱਥੇ ਕਰਤਾ ਧਰਤਾ ਸੀਗੇ, ਜਿਹੜੇ ਸਾਰਾ ਕੁਝ ਦੇਖ ਰਹੇ ਸੀ, ਜਿਨ੍ਹਾਂ ਨੇ ਸਾਰਾ ਕਰਨਾ ਸੀਗਾ। ਪਰਮਿਸ਼ਨ ਲੈਟਰ ਉਹਨਾਂ ਨੂੰ ਹੀ ਆਈਆਂ ਸੀਗੀਆਂ ਜੀ, ਸਾਨੂੰ ਆ ਗਈ ਹੈ, ਤੁਸੀਂ ਫਲਾਈ ਕਰ ਸਕਦੇ ਹੋ। ਹੁਣ ਅਸੀਂ ਟਿਕਟਸ ਬੁੱਕ ਕਰਨਾ ਸ਼ੁਰੂ ਕਰੀਏ ਜੀ। ਤੇ ਇਹਦੇ ਵਿੱਚ ਜਿਵੇਂ ਤੁਹਾਡਾ ਲਿਖਿਆ ਜੀ ਐਪਲੀਕੇਸ਼ਨ ਫॉर ਅਪਰੂਵਲ ਨੌਨ ਸ਼ਡਿਊਲ ਫਲਾਈਟਸ, ਇਹਦੇ ਵਿੱਚ ਹੈਗਾ ਜੀ ਲੈਂਡਿੰਗ ਇਨ ਅੰਮ੍ਰਿਤਸਰ। ਇਹਦੇ ਵਿੱਚ ਆਪਣੇ ਕਹਿਦਾ, ਜਿਵੇਂ ਇਹਨਾਂ ਨੇ ਤਾਂ ਤੁਹਾਨੂੰ ਕਹਿਤਾ, ਕਿਉਂਕਿ ਉਹਨਾਂ ਨੇ ਲਿਖਿਆ ਰਿਸੋਰਸ ਫਲਾਈਟਸ ਉਸ ਕੈਨੇਡੀਅਨ ਸਿਟੀਜ਼ਨ ਡਿਊ ਟੂ ਏ ਕਰੋਨਾ ਕ੍ਰਾਈਸਿਸ। ਤੇ ਇਹਦੇ ਵਿੱਚ ਜਿਹੜੀਆਂ ਆਪਣੀਆਂ ਹੈਗੀਆਂ ਵੀ ਫਰੈਂਕਫੋਰਟ ਤੋਂ, ਇਹਦੇ 'ਚ ਹੈਗਾ ਜੀ ਫਰੈਂਕਫੋਰਟ, ਅੰਮ੍ਰਿਤਸਰ, ਦਿੱਲੀ। ਓਕੇ, ਇਹਦੇ ਵਿੱਚ ਇਹ ਵੀ ਕੋਈ ਹੁੰਦਾ ਜੀ ਫਰਕ, ਜਿਵੇਂ ਆਪਾਂ ਦਿੱਲੀ ਫਲਾਈਟ ਲਾਉਂਦੇ ਆ ਤੇ ਜੇ ਅੰਮ੍ਰਿਤਸਰ ਲਾਉਂਦੇ ਆ, ਇਹਦੇ ਵਿੱਚ ਵੀ ਕੋਈ ਕਿਰਾਇਆ ਵੱਧ ਘੱਟ ਦਾ ਕੋਈ ਡਿਫਰੈਂਸ ਹੁੰਦਾ ਜੀ? ਹਾਂਜੀ, ਰੀਜ਼ਨ ਕੀ ਹੁੰਦਾ ਇਹਦੇ 'ਚ? ਕੀ ਹੁੰਦਾ, 에ਅਰਪੋਰਟ ਦੇ ਚਾਰजेस ਹੁੰਦੇ, 에ਅਰਪੋਰਟ ਟੈਕਸ ਹੁੰਦਾ, ਉਹ ਹਰ ਇੱਕ 에ਅਰਪੋਰਟ ਤੇ ਆਪਣੇ ਹੁੰਦੇ ਚਾਰजेस। ਅਸੀਂ ਅੰਮ੍ਰਿਤਸਰ ਤੋਂ ਇਸ ਲਈ ਕੀਤਾ ਸੀ ਬਿਕੋਜ਼ ਅੰਮ੍ਰਿਤਸਰ ਦੇ ਵਿੱਚ, ਬਿਕੋਜ਼ ਅਸੀਂ ਪੰਜਾਬ ਤੋਂ ਇਨੀਸ਼ੀਏਟਿਵ ਲਿੱਤਾ ਸੀਗਾ, ਸਾਨੂੰ ਪਤਾ ਹੈ ਇੱਥੇ ਇੰਨੇ ਪੰਜਾਬੀ ਫਸੇ ਹੋਏ ਆ, ਅਸੀਂ ਉਹਨਾਂ ਦੇ ਮੁਤਾਬਿਕ ਇਹ ਇੱਥੋਂ ਇਨੀਸ਼ੀਏਟਿਵ ਲਿੱਤਾ ਸੀਗਾ। ਦਿੱਲੀ ਤੋਂ ਲੈਂਦੇ ਤਾਂ ਉਹਦੇ ਚਾਰजेस ਲੱਗ ਪੈਣੇ ਸੀ। ਅਗਰ ਅਸੀਂ ਅੰਮ੍ਰਿਤਸਰ ਤੋਂ ਦਿੱਲੀ ਲੈ ਕੇ ਜਾਂਦੇ ਜਹਾਜ਼, ਉਹਨੇ ਇੱਥੋਂ ਦਾ ਵੀ ਟੈਕਸ ਪੇ ਕਰਨਾ ਸੀ, ਦਿੱਲੀ ਦਾ ਵੀ ਟੈਕਸ। ਉਹੀ ਸੇਮ ਤਰੀਕਾ ਬੱਸ ਦਾ, ਅਸੀਂ ਪਹਿਲਾਂ ਪੰਜਾਬ ਦਾ ਪਰਮਿਟ ਪੇ ਕਰਨਾ, ਫਿਰ ਦਿੱਲੀ ਦਾ ਪਰਮਿਟ ਪੇ ਕਰਨਾ, ਫਿਰ ਉਸ ਤੋਂ ਬਾਅਦ ਅੱਗੇ ਕਰਨਾ। ਅਸੀਂ ਇਸ ਲਈ ਇੱਥੋਂ ਡਾਇਰੈਕਟ ਫਲਾਈ ਕਰ ਰਹੇ ਸੀ, ਅੰਮ੍ਰਿਤਸਰ ਤੋਂ ਫਰੈਂਕਫਰਟ, ਫਰੈਂਕਫਰਟ ਤੋਂ ਵੈਨਕੂਵਰ ਜਾਂ ਫਰੈਂਕਫਰਟ ਤੋਂ ਟੋਰਾਂਟੋ ਜਾਣੀਆਂ ਸੀਗੀਆਂ, ਤਾਂ ਕਿ ਸਾਨੂੰ ਇੱਕ ਕਿਰਾਇਆ ਬਚ ਰਿਹਾ ਸੀ ਦਿੱਲੀ 에ਅਰਪੋਰਟ ਦਾ। ਤਾਂ ਹੀ ਕਰਕੇ ਸਾਡੀਆਂ ਟਿਕਟਾਂ ਸਸਤੀਆਂ ਹੋ ਰਹੀਆਂ ਸੀਗੀਆਂ। ਉਹ ਇੱਕ ਬੜਾ ਵੱਡਾ ਰੀਜ਼ਨ ਸੀਗਾ। ਤੇ ਪਲੱਸ ਗਰਾਊਂਡ ਟਰਾਂਸਪੋਰਟੇਸ਼ਨ ਦੇ ਚਾਰजेस ਸਾਡੇ ਇੱਥੋਂ ਤੋਂ ਦਿੱਲੀ ਤੱਕ ਦੇ ਜਿਹੜੇ ਸੀ ਉਹ ਬਚਦੇ ਸੀ, ਜਿਹੜੀ ਕਿ ਦੂਜੇ ਕੰਪਨੀ ਜਿਹੜੀ ਕਰ ਰਹੀ ਸੀ ਉਹ ਕਾਫੀ ਜ਼ਿਆਦਾ ਚਾਰਜ ਕਰ ਰਹੀ ਸੀ। 400 ਤੋਂ ਉਹ ਡਿਪੈਂਡ ਕਰਦੀ ਸੀ, 400 ਤੋਂ $800 ਚਾਰਜ ਕਰ ਰਹੀ ਸੀ ਕਈ ਲੋਕਾਂ ਤੋਂ ਜੀ।
ਕਿਉਂਕਿ ਲੋਕ ਇਹਦੇ ਚ ਵਰਡ ਸੀਗਾ ਜੀ, ਜਿਵੇਂ ਆਪਾਂ ਕਹਿੰਦੇ ਵੀ ਸਟੇਟ ਟੱਪਣੀ ਹੈ, ਵੀ ਕੀ ਪਤਾ ਕੀ ਹੋਣਾ ਹੈ, ਚੰਗਾ ਹੈਗਾ ਕਿ ਨਹੀਂ ਹੈਗਾ, ਕੌਣ ਲੈ ਕੇ ਜਾਏਗਾ, ਸਮਥਿੰਗ ਲਾਈਕ ਦੈਟ ਉਹਦੇ ਵਿੱਚ। ਕਿਉਂਕਿ ਜਦੋਂ ਇੱਥੋਂ ਆਪਣੇ ਲੁਧਿਆਣੇ ਦੇ ਵਿੱਚੋਂ ਹੋਟਲ ਦੇ ਵਿੱਚ ਜਿਹੜਾ ਇੱਥੇ ਹੋਟਲ ਹੈ ਇੱਕ ਜੀ ਭਾਰਤ ਨਗਰ ਚੌਂਕ ਦੇ ਵਿੱਚ, ਉੱਥੇ ਉਹਨਾਂ ਨੇ ਕੈਂਪ ਲਾਇਆ ਤੇ ਉੱਥੇ ਬੱਸਾਂ ਵੀ ਲਾਈਆਂ ਵੀ ਲੈ ਕੇ ਜਾਣ ਵਾਲੀਆਂ। ਪਰ ਮੇਰਾ ਜਿਹੜਾ ਸਵਾਲ ਇਹਦੇ 'ਚ ਇਹ ਆ ਜੀ, ਜਦੋਂ ਇੱਥੋਂ ਤੁਹਾਡੀ ਫਲਾਈਟ ਜਾਣੀ ਸੀ, ਇਹ ਡਾਇਰੈਕਟ ਜਾਣੀ ਸੀ ਕਿ ਬਾਇਆ ਲੰਡਨ ਜਾਣੀ ਸੀ ਜਾਂ ਬਾਇਆ ਜੀ ਉੱਥੇ ਜਾਣੀ ਸੀ? ਇਹ ਤੁਹਾਨੂੰ ਦੱਸਦਾ, ਇਹ ਡਾਇਰੈਕਟ ਜਾਣੀ ਸੀ। ਸਿਰਫ ਫਰੈਂਕਫਰਟ ਇਹਨੇ ਰੀਫਿਊਲਿੰਗ ਵਾਸਤੇ ਰੁਕਣਾ ਸੀਗਾ, ਬਿਕੋਜ਼ ਇਹ ਹਰ 에ਅਰਲਾਈਨਸ ਦਾ ਜਿੱਥੋਂ ਉਹਨਾਂ ਦਾ ਓਰੀਜਨ ਹੁੰਦਾ, ਜਿੱਥੇ ਉਹਨਾਂ ਦਾ ਬੇਸ ਹੁੰਦਾ ਹੈ, ਉੱਥੋਂ ਜਿਵੇਂ ਪੰਜਾਬ ਰੋਡਵੇਜ਼ ਦੀ ਤੁਸੀਂ ਗੱਲ ਕਰੋ, ਉਹਨਾਂ ਦਾ ਮੇਨ ਹੈੱਡਕੁਆਟਰ ਜਿੱਥੇ ਹੁੰਦਾ, ਉੱਥੋਂ ਉਹਨਾਂ ਨੇ ਤੇਲ ਡੀਜ਼ਲ ਭਰਵਾਉਣਾ ਹੁੰਦਾ ਜੀ। ਇਸ ਤਰ੍ਹਾਂ ਇਸ 에ਅਰਲਾਈਨ ਦਾ ਜਿਹੜਾ ਹੈੱਡਕੁਆਟਰ ਸੀਗਾ ਉਹ ਫਰੈਂਕਫਰਟ ਸੀ। ਇਹਨਾਂ ਨੇ ਉੱਥੋਂ ਰੀਫਿਊਲਿੰਗ ਕਰਾਣੀ ਸੀ, ਕਿਉਂਕਿ ਰੀਫਿਊਲਿੰਗ ਨਾਲ ਉੱਥੇ ਚਾਰजेस ਘੱਟ ਪੈਂਦੇ ਸੀਗੇ। ਇਹਨਾਂ ਨੇ ਉੱਥੇ ਸਿਰਫ 1.5 ਤੋਂ 2 ਘੰਟੇ ਦਾ ਰੁਕਣਾ ਸੀ ਰੀਫਿਊਲਿੰਗ। ਲੋਕਾਂ ਨੂੰ ਬਾਹਰ ਆਉਣ ਦੀ ਲੋੜ ਨਹੀਂ ਸੀ। ਉਸ ਤੋਂ ਬਾਅਦ ਸਿੱਧਾ ਇਹਨਾਂ ਨੇ ਵੈਨਕੂਵਰ ਜਾਣਾ ਸੀਗਾ ਤੇ ਦੂਜਿਆਂ ਨੇ ਟੋਰਾਂਟੋ ਜਾਣਾ ਸੀ। ਉਹ ਫਲਾਈਟਸ ਦਾ ਅਸੀਂ ਉਦੋਂ ਪਲਾਨ ਕੀਤਾ ਸੀਗਾ ਤੇ ਬੜਾ ਕਲੀਅਰ ਸੀਗਾ ਉਹਦੇ 'ਚ ਕਿ ਵੀ ਆਹੀ ਇਸ ਤਰ੍ਹਾਂ ਇਹ ਰੂਟ ਆਪਰੇਟ ਹੋਏਗਾ, ਕਿ ਇਸ ਹਿਸਾਬ ਨਾਲ ਅਸੀਂ ਚੱਲਾਂਗੇ ਇੱਥੋਂ ਦੀ। ਇਹਦੇ ਵਿੱਚ ਜਿਹੜੇ ਤੁਸੀਂ ਜਿਵੇਂ ਐਮਪੀਜ਼ ਵਗੈਰਾ ਕਹਿ ਰਹੇ ਹੋ, ਵੀ ਤੁਹਾਡੇ ਦਿਮਾਗ ਦੇ ਵਿੱਚ ਕੀ ਕਹਿੰਦਾ ਜੀ, ਤੁਹਾਡੇ ਕਹਿਣ ਮੁਤਾਬਕ ਵੀ ਕੈਨੇਡਾ ਦੇ ਕਿੰਨੇ ਕੁ ਐਮਪੀ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਕੋਈ ਜਾਣਕਾਰੀ ਮਿਲੀ ਹੋਵੇ ਸੋਰਸ ਤੋਂ, ਵੀ ਆਹ ਐਮਪੀਆਂ ਨੇ ਕਿਹਾ 1 ਜਾਂ 2 ਜਾਂ 3 ਐਮਪੀਜ਼ ਨੇ? ਵਾਟ ਡੂ ਯੂ ਥਿੰਕ? ਦੇਖੋ ਜੀ, ਮੈਂ ਐਮਪੀ ਦਾ ਨਾਂ ਤਾਂ ਲੈਣ ਚਾਹੁੰਦਾ, ਉਹ ਸਾਰਿਆਂ ਨੂੰ ਹੁਣ ਸੋਸ਼ਲ ਮੀਡੀਆ ਤੇ ਪਤਾ ਹੀ ਹੈ ਜੀ ਕਿਹਨਾਂ ਨੇ ਕੀ ਕੀਤਾ। ਬਿਕੋਜ਼ ਜਿਸ ਦਿਨ ਅਸੀਂ ਇਹ ਆਪਣੀ ਲੈਟਰ ਸਾਨੂੰ ਪਰਮਿਸ਼ਨ ਮਿਲੀ ਹੈ ਜੀ, ਉਸੇ ਦਿਨ ਆਹੀ ਐਮਪੀਜ਼ ਨੇ ਉੱਥੇ ਜਾ ਕੇ ਉਹ ਜਿਹੜੇ 2-3 ਰੇਡੀਓ ਚੈਨਲ ਤੇ ਜਾ ਕੇ ਕਹਿਣਾ ਸ਼ੁਰੂ ਕਰਤਾ ਜੀ, ਤੁਸੀਂ ਐਵੇਂ ਜਿਹੜੇ ਇੰਡੀਆ ਤੋਂ ਉਹ ਕੋਈ ਆਰਗੇਨਾਈਜ਼ ਕਰ ਰਹੇ ਹੋ, ਤੁਸੀਂ ਉਹਨਾਂ ਨਾਲ ਟਾਈ ਅਪ ਨਾ ਕਰੋ ਜੀ, ਉਹ ਠੀਕ ਨਹੀਂ ਹੈ, ਇਹ ਨਹੀਂ ਹੈ। ਤਾਂ ਮੈਂ ਉਹੀ ਬੜੀ ਹੈਰਾਨੀ ਦੀ ਗੱਲ ਉਸ ਦਿਨ ਵੀ ਆ ਕੇ ਇੱਕ ਨਿਊਜ਼ ਚੈਨਲ ਤੇ ਕੈਨੇਡਾ ਦੇ 'ਚ ਆ ਕੇ ਕਿਹਾ, ਮੈਂ ਕਿਹਾ ਜੀ ਅਗਰ ਆਹੀ ਗੱਲ ਸੀ, ਸਾਨੂੰ ਕੈਨੇਡੀਅਨ ਹਾਈ ਕਮਿਸ਼ਨ ਨੇ, ਤੁਹਾਡੇ ਪ੍ਰਾਈਮ ਮਿਨਿਸਟਰ ਆਫਿਸ ਨੇ ਸਾਨੂੰ ਐਂਟਰਟੇਨ ਕੀਤਾ, ਸਾਡੀ ਇਹ ਜਿਹੜੀ ਸਾਰੀ ਅਸੀਂ ਚੀਜ਼ਾਂ ਪ੍ਰਪੋਜ਼ਲ ਭੇਜੀ ਸੀ ਉਹ ਅਪਰੂਵ ਕਰਕੇ ਇੰਡੀਅਨ ਗਵਰਨਮੈਂਟ ਨੂੰ ਕਿਉਂ ਭੇਜੀ ਜੀ? ਸਾਡਾ ਬੜਾ ਸਿੰਪਲ ਸਵਾਲ ਸੀਗਾ ਕਿ ਉਹਨਾਂ ਨੇ ਕਿਉਂ ਭੇਜੀ। ਅਗਰ ਉਹਨੂੰ ਠੀਕ ਲੱਗੀ ਤਾਂ ਹੀ ਭੇਜੀ, ਸਸਤੀ ਸੀ ਤਾਂ ਹੀ ਕਰਕੇ। ਸਾਨੂੰ ਉਦੋਂ ਕਾਲਸ ਵੀ ਆਈਆਂ ਕੈਨੇਡੀਅਨ ਹਾਈ ਕਮਿਸ਼ਨ ਤੋਂ ਵੀ, ਕੈਨੇਡੀਅਨ ਕਾਉਂਸਲ ਜਨਰਲ ਤੋਂ ਵੀ ਜੀ, ਕਹਿੰਦੇ ਬਹੁਤ ਵਧੀਆ ਤੁਸੀਂ ਕਰ ਰਹੇ ਹੋ, ਸਸਤੀਆਂ ਕਰ ਰਹੇ ਹੋ, ਵੀ ਆਰ ਰੈਡੀ ਟੂ ਹੈਲਪ ਯੂ। ਤੇ ਬਟ ਵਿਦਿਨ 2 ਡੇਜ਼ ਉਹ ਸਾਰਾ ਸਿਨੈਰੀਓ ਚੇਂਜ ਹੋ ਗਿਆ। ਸਾਨੂੰ ਕਹਿੰਦੇ ਜੀ ਸਾਡੇ ਕੋਲ ਗਰਾਊਂਡ ਸਟਾਫ ਨਹੀਂ ਹੈ ਹੈਲਪ ਕਰਨ ਲਈ, ਅਸੀਂ ਤੁਹਾਨੂੰ ਅੰਮ੍ਰਿਤਸਰ ਨਹੀਂ ਜਾ ਕੇ ਹੈਲਪ ਕਰ ਸਕਦੇ। ਅਸੀਂ ਕਿਹਾ ਜੀ ਸਾਨੂੰ ਤੁਹਾਡੀ ਮਦਦ ਦੀ ਕੋਈ ਲੋੜ ਨਹੀਂ ਹੈ, ਸਾਡੇ ਕੋਲ ਉੱਥੇ ਜਿਹੜੀ ਕੰਪਨੀ ਹੈ ਉਹਨੇ ਸਭ ਟਾਈ ਅਪ ਕੀਤਾ ਹੋਇਆ, ਸਾਡੇ ਕੋਲ ਅਪਰੂਵਲ ਆ ਚੁੱਕੇ ਆ, ਤੁਸੀਂ ਕਰੋ। ਜਦੋਂ ਇਹ ਅਪਰੂਵਲਸ ਕੈਂਸਲ ਹੋਈਆਂ ਤਾਂ ਅਸੀਂ ਜਦ ਪੁੱਛਿਆ, ਉਹ ਕਹਿੰਦੇ ਜੀ ਇੰਡੀਅਨ ਗਵਰਨਮੈਂਟ ਨੇ ਬੜਾ ਕਲੀਅਰ ਕਿਹਾ, ਕਹਿੰਦੇ ਜਿੱਥੋਂ ਅਪਰੂਵਲ ਹੋਈ ਹੈ, ਜਿਹਦੀ ਰეკਮੈਂਡੇਸ਼ਨ ਤੇ ਅਪਰੂਵਲ ਹੋਈ ਹੈ, ਉਹਨਾਂ ਦੀ ਰეკਮੈਂਡੇਸ਼ਨ ਤੇ ਹੀ ਕੈਂਸਲ ਹੋਈ ਹੈ ਇਹ ਚੀਜ਼। ਕਹਿੰਦੇ ਅਸੀਂ ਯੂਨੀਲੈਟਰਲੀ ਕੈਂਸਲ ਨਹੀਂ ਕਰ ਸਕਦੇ, ਕਿ ਜਿਨ੍ਹਾਂ ਨੇ ਇਹ ਪਰਮਿਸ਼ਨ ਲੈਣ ਲਈ ਸਾਨੂੰ ਕਿਹਾ ਸੀਗਾ ਉਹਨਾਂ ਦੇ ਬੇਸ ਤੇ ਹੀ ਅਸੀਂ ਕੈਂਸਲ ਕੀਤੀ ਹੈ। ਅਸੀਂ ਕਿਹਾ ਪੁੱਛਿਆ ਰੀਜ਼ਨ ਕੀ ਹੈ? ਕਹਿੰਦੇ ਰੀਜ਼ਨ ਤੁਸੀਂ ਉਹਨਾਂ ਨੂੰ ਹੀ ਪੁੱਛ ਸਕਦੇ ਹੋ ਕਿ ਉਹ ਕੈਂਸਲ ਕਿਉਂ ਹੋਈ ਹੈ। ਜਦੋਂ ਅਸੀਂ ਕੈਨੇਡੀਅਨ ਹਾਈ ਕਮਿਸ਼ਨ ਤੇ ਬਾਕੀ ਸਾਰੇ ਬੰਦਿਆਂ ਨੂੰ ਈਮੇਲਸ ਕੀਤੀਆਂ, ਉਹ ਵੀ ਅਸੀਂ ਤੁਹਾਨੂੰ ਜਨਤਕ ਕਰ ਸਕਦੇ ਹਾਂ ਕਿ ਜਦ ਅਸੀਂ ਇਹਨਾਂ ਨੂੰ ਈਮੇਲਸ ਲਿਖੀਆਂ ਜੀ ਦੱਸੋ ਕਿ ਕੈਂਸਲ ਕਿਉਂ, ਉਹਨਾਂ ਨੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਜਦ ਅਸੀਂ ਫੋਨ ਕੀਤਾ ਤੇ ਉਹ ਜਦ ਸੀਨੀਅਰ ਆਫੀਸ਼ਲ ਨੇ ਫੋਨ ਚੁੱਕਿਆ, ਮੈਨੂੰ ਉਹ ਕਹਿੰਦੇ ਜੀ ਨੋ ਕਮੈਂਟਸ ਕਰਕੇ ਫੋਨ ਕੱਟਤਾ। ਮੁੜ ਕੇ ਉਹਨਾਂ ਨੇ ਮੇਰਾ ਕਦੀ ਫੋਨ ਨਹੀਂ ਚੱਕਿਆ ਜੀ। ਉਹਨਾਂ ਦਾ ਇੱਕੋ ਜਵਾਬ ਸੀ ਨੋ ਕਮੈਂਟਸ। ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਨੋ ਕਮੈਂਟਸ ਦਾ ਮਤਲਬ ਕੀ ਹੈ। ਅਗਰ ਅਸੀਂ ਸਸਤੀ ਫਲਾਈਟਸ ਲੋਕੀ ਭੇਜ ਸਕਦੇ ਸੀਗੇ ਤਾਂ ਇਹ ਮਹਿੰਗੀਆਂ ਫਲਾਈਟਾਂ ਤੇ ਹਾਲੀ ਵੀ ਭੇਜ ਰਹੇ ਹੈ। ਤੇ ਇੱਕ ਬੜਾ ਲੋਕਾਂ ਨੂੰ ਉੱਥੇ ਕੈਨੇਡੀਅਨਸ ਨੂੰ ਸੋਚਣਾ ਚਾਹੀਦਾ ਕਿ 에ਅਰ ਕੈਨੇਡਾ ਦੇ ਜਹਾਜ਼ ਉੱਥੇ ਵਿਹਲੇ ਖੜੇ ਹੈ, ਜਿਨ੍ਹਾਂ ਲਈ ਇਹ ਮੈਂ ਤਾਂ ਕਹੂੰਗਾ ਝੂਠ ਬੋਲਦੇ ਆ ਕਿ ਇੰਡੀਅਨ ਗਵਰਨਮੈਂਟ ਪਰਮਿਸ਼ਨ ਨਹੀਂ ਦਿੰਦੀ। ਇੰਡੀਅਨ ਗਵਰਨਮੈਂਟ ਨੂੰ ਕੀ ਪ੍ਰੋਬਲਮ ਹੈ ਕਿ ਜਦੋਂ 에ਅਰ ਇੰਡੀਆ ਦੇ ਜਹਾਜ਼ ਕੈਨੇਡਾ ਉਤਰਦੇ ਹੈ, ਪਹਿਲਾਂ ਵੀ 에ਅਰ ਕੈਨੇਡਾ ਦੇ ਜਹਾਜ਼ ਇੰਡੀਆ ਉਤਰਦੇ ਸੀ, ਉਹਨਾਂ ਨੂੰ ਕਿਉਂ ਨਹੀਂ ਅਲਾਉ ਕਰ ਰਹੇ? ਅਗਰ ਚਲੋ ਇਹ ਕਹਿੰਦੇ ਅੰਮ੍ਰਿਤਸਰ ਨਹੀਂ ਉਤਰਦੇ, ਦਿੱਲੀ ਤਾਂ ਉਤਾਰ ਸਕਦੇ ਹਨ, ਦਿੱਲੀ ਵੀ ਨਹੀਂ ਉਤਰਨ ਦੇ ਰਹੇ। ਸੋ ਇਹ ਕੋਈ ਵੱਡੇ ਲੈਵਲ ਦੀ ਪੋਲਿਟਿਕਸ ਹੈ। ਮੈਂ ਤਾਂ ਬੜਾ ਛੋਟਾ ਜਿਹਾ ਬੰਦਾ ਹਾਂ ਜੀ, ਮੈਂ ਡੌਗਸ ਟ੍ਰੇਨ ਕਰਦਾ, ਕੁੱਤਿਆਂ ਦੇ ਵਿੱਚ ਹੈ, ਐਟਲੀਸਟ ਮੇਰੇ ਡੌਗਸ ਮੈਨੂੰ ਲਾਇਲ ਹੈ। ਮੈਂ ਇੰਨਾ ਹੀ ਕਹਿਣਾ ਚਾਹੂੰਗਾ, ਇਹ ਬੜਾ ਵੱਡਾ ਵਰਡ ਹੈ ਕਿ ਮੇਰੇ ਜਿਹੜੇ ਡੌਗਸ ਨੇ ਦੇ ਆਰ ਲਾਇਲ ਟੂ ਮੀ। ਆਈ ਡੋਂਟ ਨੋ ਕਿ ਇਹ ਉੱਥੇ ਦੇ ਲੋਕ ਕੀ ਕਰਦੇ ਹੈ, ਕੀ ਇਹਨਾਂ ਦੇ ਦਿਮਾਗ 'ਚ ਹੈ। ਜਿਵੇਂ ਤੁਸੀਂ ਪੋਲੀਟਿਕਸ ਦੀ ਗੱਲ ਕੀਤੀ ਹੈ ਵੀ ਇੱਕ ਵੱਡੀ ਪੋਲੀਟਿਕਸ ਆ, ਵੀ ਤੁਸੀਂ ਕਿੱਦਾਂ ਦੇਖ ਰਹੇ ਹੋ ਜਿਵੇਂ ਹੁਣ ਆਪਣੇ ਇੰਡੀਆ ਦੇ ਵਿੱਚ ਪੋਲੀਟਿਕਸ ਚੱਲਦੀ ਹੈ, ਇੱਕ ਦੂਜੇ ਦਾ ਸਿਰਫ ਫੇਮ ਦੇ ਚੱਕਰ ਦੇ ਵਿੱਚ ਮੈਂ ਨਹੀਂ ਤੂੰ ਨਹੀਂ ਮੈਂ, ਇੱਕ ਦੂਜੇ ਦੇ ਆਪਾਂ ਮੂਹਰੇ ਹੁੰਦੇ ਹਾਂ, ਕਿ ਕਿਤੇ ਨਾ ਕਿਤੇ ਉੱਥੇ ਵੀ ਇਦਾਂ ਦੀ ਰਾਜਨੀਤੀ ਚੱਲ ਪਈ ਹੈ ਜੀ ਤੁਹਾਡੇ ਸੋਚਣ ਮੁਤਾਬਕ?
ਬਿਲਕੁਲ ਜੀ ਗਰੇਵਾਲ ਸਾਹਿਬ, ਉੱਥੇ ਇਹ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਜੀ। ਮੈਨੂੰ ਕਈ ਉੱਥੇ ਦੇ ਜਿਹੜੇ ਜਿਹਨੂੰ ਆਪਾਂ ਪੰਜਾਬੀ ਕਹਿੰਦੇ ਗੋਰੇ ਐਮਪੀਜ਼ ਦੇ ਵੀ ਕਾਲਾਂ ਆਈਆਂ ਜੀ। ਉਹ ਕਹਿੰਦੇ ਮਿਸਟਰ ਸਿੱਧੂ ਤੁਸੀਂ ਸਾਨੂੰ ਡਿਟੇਲਸ ਭੇਜੋ, ਅਸੀਂ ਤੁਹਾਡੀ ਹੈਲਪ ਕਰਦੇ ਹਾਂ ਜੀ। ਮੈਂ ਉਹਨਾਂ ਨੂੰ ਬੜਾ ਕਲੀਅਰਲੀ ਕਿਹਾ ਜੀ, ਮੈਂ ਕਿਹਾ ਆਈ ਹੈਵ ਬਰਨਟ ਮਾਈ ਹੈਂਡਸ, ਆਈ ਡੋਂਟ ਥਿੰਕ ਸੋ ਕਿ ਵੀ ਮੈਂ ਹੁਣ ਕਰਾਂਗਾ, ਬਿਕੋਜ਼ ਮੈਂ ਕਿਹਾ ਜੀ ਮੈਂ ਬੜਾ ਜ਼ੋਰ ਲਾ ਲਿਆ ਇੰਨੇ, ਮੈਂ ਕਿਹਾ ਹਫਤੇ ਮੈਂ ਲੱਗਿਆ ਰਿਹਾ ਸਾਰਾ ਕਰਾ ਕੇ। ਪਤਾ ਚੱਲਿਆ ਉੱਥੇ ਤੱਕ ਕ੍ਰੈਡਿਟ ਵਾਰ ਹੈ, ਸਾਰੇ ਲੋਕੀ ਆਪਣੀ ਕ੍ਰੈਡਿਟ ਲੈਣਾ ਚਾਹੁੰਦੇ ਸੀ। ਉਹਨਾਂ ਨੂੰ ਇਹ ਹੋ ਗਿਆ ਸੀ ਟੈਨਸ਼ਨ ਕਿ ਪਤਾ ਨਹੀਂ ਨਿਊਟਨ ਸਿੱਧੂ ਕ੍ਰੈਡਿਟ ਲੈ ਜਾਏਗਾ ਨਾ। ਮੈਂ ਕਦੀ ਉੱਥੇ ਆ ਕੇ ਇਲੈਕਸ਼ਨਾਂ ਲੜਨੀਆਂ ਜੀ। ਕੁਛ ਜਿਹੜੇ ਤੁਹਾਡੇ ਉੱਥੇ ਦੇ ਕਈ ਨਿਊਜ਼ ਚੈਨਲਸ ਨੇ ਇੰਨੀਆਂ ਕੈਨੇਡਾ ਦੇ ਜਿਹਨੂੰ ਕਹਿੰਦੇ ਝੂਠੀਆਂ ਖਬਰਾਂ ਫੈਲਾਈਆਂ ਕਿ ਜੀ ਮੈਂ ਉੱਥੇ ਇਲੈਕਸ਼ਨਾਂ ਲੜਨੀ ਹੈ ਜੀ, ਮੇਰਾ ਨਾਮ ਨਿਊਟਨ ਸਿੱਧੂ ਨਹੀਂ, ਮੇਰਾ ਨਾਮ ਕੀ ਹੈ, ਉਹ ਬੜੀ ਉਹਨਾਂ ਨੇ ਕਿਹਾ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਕਿਹਾ ਜੀ ਮੈਂ ਨਾ ਉੱਥੇ ਇਲੈਕਸ਼ਨਾਂ ਲੜਨੀ ਹੈ ਨਾ ਕੁਛ ਹੈ, ਮੈਂ ਇੱਥੇ ਬੜਾ ਵਧੀਆ ਮੇਰਾ ਚੱਲ ਰਿਹਾ। ਮੇਰੇ ਕੋਲ ਤਾਂ ਬਕਾਇਦਾ ਕੈਨੇਡੀਅਨ ਸਿਟੀਜ਼ਨ ਇੱਥੇ ਹੋਰ ਆ ਕੇ ਕੰਮ ਕਰਨਾ ਚਾਹੁੰਦੇ ਆ। ਇਨਫੈਕਟ ਕੈਨੇਡੀਅਨ 3-4 ਸਰਕਾਰੀ ਇੰਸਟੀਚਿਊਟਸ ਮੇਰੇ 'ਚ ਇੱਥੇ ਇਨਵੈਸਟ ਕਰਨ ਨੂੰ ਫਿਰਦੇ ਆ, ਤੇ ਇਹ ਪਲਾਨ ਕਰ ਰਹੇ ਸੀਗੇ ਜੀ ਮੈਂ ਉੱਥੇ ਆ ਰਿਹਾ। ਸੋ ਇਟ ਵਾਸ ਪੋਲਿਟਿਕਸ ਓਨਲੀ ਪਲੇਡ ਬਾਏ ਪੰਜਾਬੀ ਐਮਪੀਜ਼। ਮੈਂ ਤਾਂ ਬੜਾ ਕਲੀਅਰ ਕਹਿ ਰਿਹਾ, ਜਿਹੜੇ ਪੰਜਾਬੀ ਐਮਪੀ ਆਪਣੇ ਇੰਡੀਅਨ ਓਰੀਜਨ ਦੇ ਪੰਜਾਬੀ ਐਮਪੀ ਹੈ, ਉਹਨਾਂ ਦੀ ਹੀ ਗੇਮ ਸੀਗੀ। ਤੇ ਅਦਰਵਾਈਜ਼ ਤਾਂ ਇਹਦੇ 'ਚ ਕੋਈ ਰੌਲਾ ਨਹੀਂ। ਟਿਕਟਾਂ ਸਸਤੀਆਂ ਹੋਣ, ਲੋਕੀ ਜਾਣ ਉੱਥੇ ਆਰਾਮ ਨਾਲ ਪਹੁੰਚਣ, ਜਹਾਜ਼ ਹੈ, ਸਾਰਾ ਕੁਝ ਤਿਆਰ ਬੈਠਾ ਹੈ, ਸਾਰਾ ਕੁਝ ਪਬਲਿਕ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਅਵੇਲੇਬਲ ਹੈ। ਲੋਕਾਂ ਨੂੰ ਪਤਾ ਹੈ ਕਿ ਵੀ ਲੋਕੀ ਕਿਵੇਂ ਜਾ ਸਕਦੇ ਸੀਗੇ, ਕੀ ਪ੍ਰੋਬਲਮ ਸੀਗੀ, ਕਿ ਸਸਤੀਆਂ ਟਿਕਟਾਂ ਤੇ ਨਹੀਂ ਲੋਕਾਂ ਨੂੰ ਅਲਾਓ ਕੀਤਾ ਗਿਆ, ਕਿਉਂ ਕੈਂਸਲ ਕੀਤਾ। ਇਹ ਤਾਂ ਹੁਣ ਲੋਕੀ ਆਪਣੇ ਉੱਥੇ ਜਿਹੜੇ ਪੜ੍ਹੇ ਲਿਖੇ ਉਹਨਾਂ ਦੇ ਐਮਪੀ ਹੈ, ਉਹਨਾਂ ਨੂੰ ਪੁੱਛਣ ਕਿ ਵੀ ਤੁਸੀਂ ਇਹ ਕਿਉਂ ਕੀਤਾ। ਇਹ ਤਾਂ ਹੁਣ ਉਹੀ ਪੁੱਛ ਸਕਦੇ, ਮੈਂ ਤਾਂ ਜੀ ਉਹਨਾਂ ਨੂੰ ਸਵਾਲ ਕਰ ਨਹੀਂ ਸਕਦਾ। ਕਿਉਂਕਿ ਸਾਨੂੰ ਵੀ ਥੋੜ੍ਹੇ ਦਿਨ ਪਹਿਲਾਂ ਸਵਾਲ ਆਇਆ ਸੀ, ਮੈਂ ਤਾਂ ਹੀ ਉਹਨਾਂ ਨੂੰ ਵੀ ਕੀਤਾ ਸੀ। ਇਸੇ ਕਰਕੇ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਪਲੀਜ਼ ਆ ਕੇ ਦੱਸੋ, ਕਿਉਂਕਿ ਉਹ ਕਹਿੰਦੇ ਹੁੰਦੇ ਆ ਵੀ ਜਦੋਂ ਸੱਚ ਹੀ ਸਾਹਮਣੇ ਆ ਗਿਆ ਆਪਾਂ ਨੂੰ ਪ੍ਰੋਬਲਮ ਕੀ ਹੈ। ਪਰ ਮੇਰਾ ਜੀ ਉਹੀ, ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪੋਲੀਟਿਕਸ ਹੈ, ਔਰ ਜਿਹੜੇ ਪੰਜਾਬੀ ਰੀਜ਼ਨ ਦੇ ਐਮਪੀਜ਼ ਨੇ ਉਹਨਾਂ ਕੰਨਿਓ ਇਹ ਕੀਤਾ ਗਿਆ। ਉਹਨਾਂ ਨੇ ਆਪਣੇ ਕੰਨਿਓ ਪਹਿਲ ਕਦਮੀ ਕਰਦੇ ਪਹਿਲਾਂ ਇਹਨੂੰ ਕੈਂਸਲ ਕਰਾ ਕੇ ਫਿਰ ਦੂਸਰੀਆਂ ਫਲਾਈਟਾਂ ਦੇ ਵਿੱਚ ਆਪਣੀ ਫੇਮ ਲਈ ਇਹ ਕੁਛ ਜੋ ਵੀ ਕੀਤਾ ਜੀ। ਪਰ ਇਹ ਕਿਤੇ ਨਾ ਕਿਤੇ ਫਿਰ ਆਉਣ ਵਾਲਾ ਟਾਈਮ ਤਾਂ ਜੀ ਮਤਲਬ ਉੱਥੇ ਵੀ ਪੋਲੀਟਿਕਸ ਦੇ ਵਿੱਚ ਇਸੇ ਤਰ੍ਹਾਂ ਹੀ ਗੰਦ ਪੈ ਜਾਏਗਾ ਜਿਵੇਂ ਆਪਣੇ ਇੱਥੇ ਪੈਂਦਾ ਜੀ। ਮੈਨੂੰ ਲੱਗਦਾ ਜੀ ਉੱਥੇ ਆਲਰੇਡੀ ਪੈ ਚੁੱਕਿਆ। ਹੁਣ ਲੋਕੀ ਜਿਹੜੇ ਇੱਥੋਂ ਜਾ ਰਹੇ, ਤੁਸੀਂ ਸੋਚ ਨਹੀਂ ਸਕਦੇ। ਹੁਣ ਜਿਵੇਂ ਆਪਣੀ ਹੁਣ ਇਹ ਗੱਲ ਚੱਲ ਰਹੀ ਹੈ, ਮੈਨੂੰ ਫੋਨ ਦੇ ਉੱਤੇ ਲੋਕੀ ਜਿਹੜੇ ਇੱਥੋਂ ਪੰਜਾਬੀ ਆਪਣੇ ਜਾ ਰਹੇ ਹੈ, ਉਹਨਾਂ ਦੇ ਥੈਂਕਸ ਦੇ ਮੈਸੇजेस। ਉਹ ਕਹਿੰਦੇ ਜੀ ਅਸੀਂ ਤੁਹਾਡੀ ਫਲਾਈਟਾਂ ਤੇ ਨਹੀਂ ਪਹੁੰਚ ਗਏ, ਬਟ ਅਸੀਂ ਪਹੁੰਚ ਗਏ, ਤੁਸੀਂ ਉਪਰਾਲਾ ਕਰਤਾ ਸਾਨੂੰ ਅੰਮ੍ਰਿਤਸਰ ਤੋਂ। ਲੋਕੀ ਕਹਿੰਦੇ ਤੁਸੀਂ ਸਾਨੂੰ ਏਅਰਪੋਰਟ ਤੇ ਆ ਕੇ ਫੋਟੋ ਨਹੀਂ ਖਿਚਾਈ। ਹਾਲੀ ਵੀ ਕੋਈ ਪਤਾ ਨਹੀਂ ਕਿੱਥੋਂ ਮੈਨੂੰ ਦਿਨ ਦੇ ਹਾਲੀ ਵੀ ਇੰਨੀਆਂ ਕਾਲਾਂ ਆਉਂਦੀਆਂ ਥੈਂਕਸ ਦੀਆਂ, ਜਦਕਿ ਮੈਂ ਕੀਤਾ ਕੀ ਹੈ ਜੀ, ਕੁਛ ਨਹੀਂ, ਸਾਡੀ ਤਾਂ ਫਲਾਈਟਾਂ ਤੇ ਨਹੀਂ ਹੈ। ਲੋਕੀ ਹਾਲੀ ਵੀ ਥੈਂਕਸ ਕਰਦੇ ਆ, ਜਿਹੜੇ ਉੱਥੇ ਪਹੁੰਚ ਕੇ ਵੀ ਲੋਕੀ ਥੈਂਕਸ ਕਰ ਰਹੇ ਆ। ਤੇ ਕਈ ਬੰਦਿਆਂ ਨਾਲ ਜਿਹਨੂੰ ਕਹਿੰਦੇ ਰਿਲੇਸ਼ਨ ਬਣ ਗਿਆ ਹੈ ਵਿਚਾਰੇ, ਉਹ ਇੰਨੇ ਲੋਕੀ, ਮੈਂ ਕਹਿ ਨਹੀਂ ਸਕਦਾ, ਮੇਰੇ ਕੋਲ ਅਲਫਾਜ਼ ਨਹੀਂ ਹੈ ਕਿ ਉਹ ਇੰਨਾ ਲੋਕੀ ਥੈਂਕਸ ਕਰ ਰਹੇ। ਉਹ ਕਹਿੰਦੇ ਜੀ ਅਸੀਂ ਤਾਂ ਹੈਰਾਨ ਹੈ ਕਿ ਵੀ ਤੁਹਾਨੂੰ ਕੋਈ ਲੋੜ ਨਹੀਂ ਸੀ, ਕੁਛ ਨਹੀਂ, ਤੁਸੀਂ ਫਿਰ ਵੀ ਲਿੱਤਾ। ਤੇ ਕਹਿੰਦੇ ਸਾਨੂੰ ਪਤਾ ਹੈ ਸਾਡੇ ਐਮਪੀਜ਼ ਨੇ ਉੱਥੇ ਕੀ ਕੀਤਾ। ਕਹਿੰਦੇ ਅਸੀਂ ਪੱਕਾ ਉਹਨਾਂ ਨੂੰ ਕੁਐਸਚਨ ਕਰਨਾ ਜਾ ਕੇ। ਮੈਂ ਕਿਹਾ ਜੀ ਉਹ ਤੁਹਾਡਾ ਹੈ ਮਰਜ਼ੀ, ਤੁਸੀਂ ਉਹਨਾਂ ਨੂੰ ਕਰੋ ਨਾ ਕਰੋ, ਬਿਕੋਜ਼ ਮੈਂ ਤਾਂ ਇੰਡੀਆ ਰਹਿਣਾ, ਇੰਡੀਅਨ ਸਿਟੀਜ਼ਨ ਹੈ, ਐਂਡ ਆਮ ਅ ਪ੍ਰਾਊਡ ਇੰਡੀਅਨ ਸਿਟੀਜ਼ਨ। ਮੈਂ ਬੜਾ ਸਿੰਪਲ ਜਿਹਾ ਕਹਿੰਦਾ, ਆਈ ਐਮ ਵੈਰੀ ਪ੍ਰਾਊਡ। ਮੈਨੂੰ ਤਾਂ ਖੁਸ਼ੀ ਹੁੰਦੀ ਹੈ ਹੁਣ ਕਿ ਮੈਂ ਇੰਡੀਅਨ ਸਿਟੀਜ਼ਨ ਹੈ, ਮੈਂ ਕੈਨੇਡੀਅਨ ਸਿਟੀਜ਼ਨ ਨਹੀਂ ਬਣਿਆ ਜਾਂ ਕੈਨੇਡੀਅਨ ਉੱਥੇ PR ਨਹੀਂ ਬਣਿਆ। ਬਿਕੋਜ਼ ਇੱਥੇ ਉਹੀ ਗੱਲ ਹੈ, ਕੈਨੇਡੀਅਨ PR ਵਿਚਾਰੇ ਇੱਥੇ ਧੱਕੇ ਖਾ ਰਹੇ, ਜਿਹੜੇ ਕਿ ਉੱਥੇ ਟੈਕਸ ਪੇ ਕਰਦੇ ਆ, ਉਹਨਾਂ ਨੂੰ ਕੰਸੀਡਰ ਨਹੀਂ ਕਰ ਰਹੇ। ਮੇਰਾ ਜੀ ਇਹੀ ਸਵਾਲ, ਤੁਸੀਂ ਉਹ ਤੁਹਾਡੇ ਜਵਾਬ ਦੇ ਵਿੱਚੋਂ ਸਵਾਲ ਫੇਰ ਨਿਕਲਿਆ ਜੀ ਵੀ ਥੋੜ੍ਹੇ ਦਿਨ ਪਹਿਲਾਂ ਸਾਨੂੰ ਇੱਕ ਤੁਹਾਡੇ ਟਵਿੱਟਰ ਅਕਾਊਂਟ ਦੇ ਜਦੋਂ ਮੈਂ ਤੁਹਾਡੇ ਨਾਲ ਸੰਪਰਕ ਕੀਤਾ ਸੀ, ਉਹਦੇ ਥਰੂ 2-3 ਜਿਹੜੇ ਸਰੋਤੇ ਨੇ ਉਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ ਜੀ। ਉਹ ਕਹਿੰਦੇ ਵੀ ਸਾਨੂੰ ਪਲੀਜ਼ ਦੱਸੋ ਵੀ ਜਿਹੜੇ ਪਰਮਾਨੈਂਟ ਰੈਜ਼ੀਡੈਂਸ ਨੇ ਜਾਂ ਹੋਏ ਨੇ ਵੀ ਉਹ ਕਿੱਦਾਂ ਜਾ ਸਕਦੇ ਨੇ। ਸਵਾਲ ਉੱਥੇ ਹੀ ਆ ਗਿਆ ਵੀ ਜਿਵੇਂ ਤੁਸੀਂ ਸਸਤੀਆਂ ਪ੍ਰੋਵਾਈਡ ਕਰਾ ਕੇ ਵੀ ਚਲੋ ਜੇ ਤੁਹਾਡੀਆਂ ਵੀ 5-7 ਫਲਾਈਟਾਂ ਚਲੀਆਂ ਜਾਂਦੀਆਂ, ਥੋੜ੍ਹਾ ਜਿਹਾ ਹੋਰ ਇਹਨਾਂ ਦਾ ਭਾਰ ਜਿਹੜਾ ਸੀ ਸੁਖਾਲਾ ਹੋ ਜਾਂਦਾ, ਥੋੜ੍ਹੇ ਜਿਹੇ ਹੌਲੇ ਹੋ ਜਾਂਦੇ, ਕਿਉਂਕਿ ਜਿਵੇਂ ਜਿਵੇਂ ਬੰਦੇ ਜਾਈ ਜਾਂਦੇ ਸੀ ਤੋਂ ਮਤਲਬ ਉਹਨਾਂ ਦੀ ਗਿਣਤੀ ਘਟੀ ਜਾਣੀ ਸੀਗੀ। ਪਰ ਜਿਸ ਤਰੀਕੇ ਨਾਲ ਇਹ ਗਵਰਨਮੈਂਟ ਕਰ ਰਹੀ ਹੈ, ਜਾਂ ਸਾਡੇ ਜਿਹੜੇ ਜਿਹੜੇ ਚੁਣੇ ਹੋਏ ਐਮਪੀਜ਼ ਨੇ, ਜਿਹੜਾ ਅਸੀਂ ਇਹ ਸੋਚਦੇ ਹਾਂ ਵੀ ਸਾਨੂੰ ਰਿਪਰੈਜ਼ੈਂਟ ਕਰਕੇ ਸਾਨੂੰ ਕੁਛ ਅਗਾਂਹ ਵਧੂ ਸੋਚ ਦੇ ਨਾਲ ਇਹ ਚੱਲਣਗੇ, ਵੀ ਉਹ ਕਿਤੇ ਨਾ ਕਿਤੇ ਸਾਡੇ ਫਿਰ ਇਸ ਗੱਲ ਦੇ ਉੱਪਰ ਜੀ, ਸਾਡੀ ਸੋਚ ਦੇ ਉੱਪਰ ਪਹਿਲਾਂ ਨਹੀਂ ਦੇ ਰਹੇ ਤੇ ਬਿਲਕੁਲ ਸਟਾਪ ਲਗਾ ਰਹੇ ਆ ਤੁਹਾਡੇ ਹਿਸਾਬ ਨਾਲ ਜੀ। ਬਿਲਕੁਲ ਜੀ, ਮੈਂ ਤਾਂ ਬੜਾ ਸਿੰਪਲ ਕਿਹਾ ਸੀ। ਤੁਸੀਂ ਦੇਖੋ ਹੁਣ ਲਾਸਟ ਕੁਝ ਫਲਾਈਟਾਂ ਗਈਆਂ, ਮੈਨੂੰ ਕਈ ਪਰਮਾਨੈਂਟ ਰੈਜ਼ੀਡੈਂਟਸ ਨੇ ਕਾਲ ਕੀਤਾ, ਮੈਨੂੰ ਕਈ ਵਰਕ ਪਰਮਿਟ ਹੋਲਡਰਸ ਨੇ ਕੀਤਾ। ਉਹਨਾਂ ਨੂੰ ਮੈਂ ਦੱਸਿਆ ਜੀ ਤੁਸੀਂ ਆਪਣੀ ਹਾਈ ਕਮਿਸ਼ਨ ਨਾਲ ਗੱਲ ਕਰੋ, ਅਗਰ ਤੁਹਾਨੂੰ ਐਮਰਜੈਂਸੀ ਹੈ
ਤੁਸੀਂ ਆਪਣਾ ਕੇਸ ਬਣਾ ਕੇ ਉਹਨਾਂ ਨੂੰ ਭੇਜੋ। ਹੂੰ ਉਹਨਾਂ ਨੇ ਭੇਜਿਆ। ਵਰਕ ਪਰਮਿਟ ਹੋਲਡਰਸ ਵੀ ਕਈ ਫਲਾਈਟਸ ਦੇ ਵਿੱਚ ਗਏ ਹੈ, ਪਰਮਾਨੈਂਟ ਰੈਜ਼ੀਡੈਂਟ ਹੋਲਡਰਸ ਵੀ ਗਏ ਹੈ, ਕੱਲੇ ਵੀ ਗਏ ਹੈ। ਜੀ ਮੈਂ ਫੇਰ ਮੈਨੂੰ ਕਈਆਂ ਨੇ ਕਿਹਾ ਜੀ ਤੁਸੀਂ ਐਂ ਕਹਿੰਦੇ ਹੋ, ਮੈਂ ਕਿਹਾ ਜੀ ਬਿਲਕੁਲ ਗਏ ਆ। ਲੋਕਾਂ ਨੇ ਫੋਟੋਗ੍ਰਾਫਸ ਖਿੱਚੀਆਂ ਏਅਰਪੋਰਟ ਤੇ, ਜਿਹੜੀਆਂ ਲਿਸਟਾਂ ਲੱਗੀਆਂ ਸੀ ਕਿ ਕੱਲੇ ਪਰਮਾਨੈਂਟ ਰੈਜ਼ੀਡੈਂਟਸ ਉੱਥੇ ਦੇ। ਬਿਕੋਜ਼ ਮੈਂ ਉਹਨੂੰ ਸਿੱਧਾ ਕਿਹਾ, ਮੈਂ ਕਿਹਾ ਤੁਸੀਂ ਆਪਣੀ ਸਰਕਾਰ ਨੂੰ ਪੁੱਛੋ, ਤੁਸੀਂ ਉੱਥੇ ਟੈਕਸ ਪੇ ਕਰਦੇ ਹੋ ਜੀ ਜਾਂ ਤੁਸੀਂ ਟੈਕਸ ਪੇ ਕਰਦੇ ਹੋ, ਤੁਹਾਡੇ ਰਾਈਟਸ ਬਣਦੇ ਆ, ਤੁਹਾਨੂੰ ਕਿਉਂ ਉਹ, ਮੈਂ ਕਿਹਾ, ਅਵੋਇਡ ਕਰਦੇ ਆ। ਠੀਕ ਹੈ, ਸਿਟੀਜ਼ਨਸ ਨੂੰ ਪਹਿਲਾਂ ਉਹ ਪ੍ਰੈਫਰੈਂਸ ਦੇਣਾ ਚਾਹੁੰਦੇ, ਕਿਉਂ ਨਹੀਂ ਇਹਨਾਂ ਨੂੰ ਪੀਆਰ ਨੂੰ ਦੇ ਰਹੇ। ਜਦ ਇਹ ਗੱਲ ਹੋਈ, ਹੌਲੀ ਹੌਲੀ ਪੀਆਰ ਵੀ ਜਾਣੇ ਸ਼ੁਰੂ ਹੋ ਗਏ ਜੀ, ਵਰਕ ਪਰਮਿਟ ਹੋਲਡਰਸ ਵੀ ਗਏ ਆ। ਮੇਰੇ ਕੋਲ ਇੱਕ ਨਹੀਂ ਕਈ ਕੇਸਿਸ ਜਿਹੜੇ ਲੋਕਾਂ ਨੇ ਮੈਨੂੰ ਡਾਇਰੈਕਟ ਟੱਚ ਹੋਏ ਆ। ਮੈਨੂੰ ਇਨਫੈਕਟ ਕਈਆਂ ਨੇ ਜਦ ਗੱਲ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਜੀ ਅਸੀਂ ਵਰਕ ਪਰਮਿਟ ਹੋਲਡਰ, ਤੁਸੀਂ ਐਵੇਂ ਤਾਂ ਨਹੀਂ ਗੱਲ ਕਰਦੇ। ਮੈਂ ਫਿਰ ਨੰਬਰ ਦਿੱਤੇ, ਮੈਂ ਕਿਹਾ ਜੀ ਇਹ ਵਰਕ ਪਰਮਿਟ ਹੋਲਡਰ ਉੱਥੇ ਪਹੁੰਚਿਆ, ਤੁਸੀਂ ਉਹਨੂੰ ਪੁੱਛ ਲਿਓ ਉਹ ਕਿਵੇਂ ਪਹੁੰਚਿਆ ਜੀ। ਉਹਨਾਂ ਨੇ ਗੱਲ ਕੀਤੀ, ਉਹਨੇ ਦੱਸਿਆ ਜੀ ਮੈਂ ਇਹ ਰੀਜ਼ਨ ਸੀ, ਮੈਂ ਦੇ ਕੇ ਆਇਆ ਤੇ ਉਹ ਜਾ ਰਹੇ। ਉਹੀ ਹੈ ਨਾ ਕਿ ਗੱਲ ਹੁਣ ਤੁਸੀਂ ਕੋਈ ਤੁਸੀਂ, ਮੈਂ ਤਾਂ ਹਾਲੇ ਵੀ ਕਹਿੰਦਾ ਕੋਈ ਵੀ ਫੋਨ ਕਰ ਲੇ ਕੈਨੇਡੀਅਨ ਹਾਈ ਕਮਿਸ਼ਨ ਨੂੰ ਇਮੀਡੀਏਟਲੀ, ਉਹ ਪਹਿਲਾਂ ਉਹਨਾਂ ਦਾ ਰੀਜ਼ਨ ਹੁੰਦਾ ਜੀ ਅਸੀਂ ਡਿਊ ਟੂ ਕੋਵਿਡ ਸਾਡੀ ਹਾਈ ਕਮਿਸ਼ਨ ਬੰਦ ਹੈ ਜੀ, ਅਸੀਂ ਐਂਟਰਟੇਨ ਨਹੀਂ ਕਰ ਰਹੇ ਤੁਹਾਡੀ ਕਾਲ, ਅਸੀਂ ਉੱਥੇ ਆਟੋਵਾ ਜਿਹੜਾ ਇਹਨਾਂ ਦਾ ਕੈਪੀਟਲ ਹੈ ਉੱਥੇ ਫਾਰਵਰਡ ਕਰਦੇ ਹਾਂ। ਬੰਦਾ ਅੱਧੇ ਘੰਟੇ ਤੋਂ ਪੌਣਾ ਘੰਟਾ ਹੋਲਡ ਰੱਖਦਾ, ਉਸ ਤੋਂ ਬਾਅਦ ਫਿਰ ਗੱਲ ਅੱਗੇ ਚੱਲਦੀ ਹੈ ਜੀ। ਉਹ ਫਿਰ ਕਹਿਣਗੇ ਜੀ ਸਾਡਾ ਤਾਂ ਇਹ ਫਾਰਮ ਹੈ, ਭਰ ਕੇ ਤੁਸੀਂ ਦੇ ਦਿਓ, ਤੇ ਫੋਨ ਡਿਸਕਨੈਕਟ ਕਰ ਦਿੰਦੇ ਆ ਲੋਕੀ। ਐਟਲੀਸਟ ਉਹ ਉਹਨਾਂ ਨੂੰ ਜਵਾਬ ਨਹੀਂ ਮਿਲਦਾ, ਤਾਂ ਹੀ ਕਰਕੇ ਉਹ ਮੇਰੇ ਵਰਗਿਆਂ ਨੂੰ, ਹੋਰ ਲੋਕਾਂ ਨੂੰ ਫੋਨ ਕਰਦੇ ਆ, ਜਿੱਥੇ ਅਸੀਂ ਐਟਲੀਸਟ ਉਹਨਾਂ ਨੂੰ ਗਾਈਡ ਕਰ ਦਿੰਦੇ ਹਾਂ ਪ੍ਰੋਪਰਲੀ। ਕਿਉਂਕਿ ਉਹ ਤਾਂ ਦਾਅਵਾ ਇਹ ਕਰਦੇ ਸੀ ਨਾ ਜੀ ਵੀ ਜਿਵੇਂ ਮੇਲ ਕੀਤੀ ਅਸੀਂ ਉਹ ਕੀਤਾ, ਕਿਉਂਕਿ ਜਿਵੇਂ ਤੁਸੀਂ ਤਾਂ ਆਪਣੇ ਡਾਕੂਮੈਂਟ ਪ੍ਰੋਵਾਈਡ ਕਰਾਤੇ ਜੀ। ਹੁਣ ਕਈ ਜਿਹੜੇ ਆਪਣੇ ਜਿਹੜੇ ਜਾਣ ਵਾਲੇ ਨੇ NRIs ਨੇ, ਉਹਨਾਂ ਕੰਨਿਓ ਵੀ ਉਹਨਾਂ ਨੂੰ ਮੇਲਾਂ ਕੀਤੀਆਂ ਗਈਆਂ ਦੂਸਰਾ। ਪਰ ਜਿਵੇਂ ਤੁਸੀਂ ਦੱਸਿਆ ਵੀ ਉਹਨਾਂ ਨੇ ਤੁਹਾਨੂੰ ਜਿਹੜਾ ਤੁਹਾਨੂੰ ਤੁਸੀਂ ਕਹਿੰਦੇ ਜਵਾਬ ਤੁਹਾਨੂੰ ਦੇਤਾ ਵੀ ਨੋ ਆਨਸਰ, ਜਾਂ ਕਹਿ ਦਈਏ ਵੀ ਕੁਝ ਵੀ ਨਹੀਂ ਅਸੀਂ ਕਹਿਣਾ, ਜਾਂ ਉਹ ਕਿਸ ਨੰਬਰ ਦੇ ਉੱਪਰ ਤੁਸੀਂ ਕਾਲ ਕੀਤੀ ਜੀ ਜਿੱਥੋਂ ਤੁਹਾਨੂੰ ਇਹ ਮਿਲਿਆ ਜੀ? ਕੈਨੇਡੀਅਨ ਹਾਈ ਕਮਿਸ਼ਨ ਦਾ ਜਿਹੜਾ ਨੰਬਰ ਸੀਗਾ ਜੀ, ਉਹ ਤੇ ਅਸੀਂ ਕਾਲ ਕੀਤੀ। ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਉੱਥੇ ਆਫਸਰ ਸੀਗੇ ਆਫੀਸ਼ੀਅਲ, ਉਹਨਾਂ ਨੂੰ ਕਾਲ ਕਨੈਕਟ ਕੀਤੀ ਗਈ। ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਸਰ ਆਪਣੀ ਗੱਲ ਚੱਲ ਰਹੀ ਸੀਗੀ, ਸਾਨੂੰ ਇਨਫੋਰਮੇਸ਼ਨ ਆਈ ਹੈ DGCA ਦੀ, ਉਹ ਕਹਿੰਦੇ ਜੀ ਪਰਮਿਸ਼ਨ ਵਿਡਰਾ ਹੋ ਗਈ ਹੈ, ਕਿ ਵਾਟ ਇਜ਼ ਦਾ ਰੀਜ਼ਨ। ਉਹ ਅਫਸਰ ਨੇ ਬੜੇ ਤਰੀਕੇ ਨਾਲ ਪਿਆਰ ਨਾਲ ਬੋਲਿਆ, ਕਹਿੰਦਾ ਮਿਸਟਰ ਸਿੱਧੂ ਨੋ ਕਮੈਂਟਸ, ਐਂਡ ਉਹਨੇ ਫੋਨ ਰੱਖਤਾ। ਮੈਂ ਦੁਬਾਰਾ ਕੀਤਾ, ਕਹਿੰਦਾ ਪਲੀਜ਼ ਆਈ ਸੈਡ ਨੋ ਕਮੈਂਟ। ਮਤਲਬ ਉਹਦੀ ਇੰਨੀ ਗੱਲ ਦੇ ਵਿੱਚ ਹੀ ਸਾਰਾ ਕੁਝ ਆ ਗਿਆ ਜੀ, ਨੋ ਕਮੈਂਟਸ ਦੇ ਵਿੱਚ ਹੀ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ 2 ਵਾਰੀ ਈਮੇਲ ਕੀਤੀ। ਇੱਕ 'ਚ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਸਾਡੇ ਬੜਾ ਹੈਲਪ ਕੀਤੀ, ਥੈਂਕਸ ਐਂਡ ਆਲ, ਮੇਰੇ ਕੋਲ ਇਹ ਸਾਰੇ ਰਿਕਾਰਡਸ ਪਏ ਸੀ, ਇਹ ਬੰਦਿਆਂ ਨੇ ਸਾਡੇ ਨਾਲ ਰਜਿਸਟਰ ਕੀਤਾ ਸੀ, ਇਹ ਮੈਂ ਤੁਹਾਨੂੰ ਫਾਰਵਰਡ ਕਰਦਾ ਤੇ ਮੈਂ ਆਪਣੇ ਸਿਸਟਮ ਤੋਂ ਡਿਲੀਟ ਕਰ ਰਿਹਾ। ਉਹ ਵੀ ਉਹਨਾਂ ਨੂੰ ਅਸੀਂ ਪਾਈ ਸੀ, ਕਿਉਂਕਿ ਅਸੀਂ ਤਾਂ ਬੜਾ ਕਲੈਰਿਟੀ ਨਾਲ ਚੱਲੇ ਆ। ਇੱਕ ਇੱਕ ਚੀਜ਼ ਅਸੀਂ ਤਾਂ ਕਹਿੰਦੇ ਕੋਈ ਮੇਰੇ ਤੋਂ ਇਨਫੋਰਮੇਸ਼ਨ ਮੰਗਦਾ, ਹਾਲੇ ਵੀ ਮੰਗਦਾ, ਅਸੀਂ ਸਾਰੀ ਇਨਫੋਰਮੇਸ਼ਨ ਦੇਣ ਨੂੰ ਤਿਆਰ ਹਾਂ। ਤੇ ਮੈਨੂੰ ਉਹੀ ਹੈ ਕਿ ਉੱਥੇ ਦੇ ਕੁਝ ਜਿਹੜੇ ਬਾਇਸਡ ਰੇਡੀਓ ਚੈਨਲ ਸੀਗੇ, ਉਹ ਜਿਹੜੇ ਕਹਿੰਦੇ ਜੀ ਇਹ ਹੋ ਗਿਆ ਜੀ, ਪੁਲਿਸ ਕੰਪਲੇਂਟ ਹੋ ਗਈ, ਇਹ ਹੋ ਗਿਆ ਜੀ, ਅਸੀਂ $1 ਮਿਲੀਅਨ ਇਕੱਠਾ ਕਰ ਲਿਆ, ਅਸੀਂ ਪੈਸੇ ਰੱਖ ਲਏ ਲੋਕਾਂ ਦੀ ਟਿਕਟਾਂ ਦੇ। ਅਸੀਂ ਇੱਕ ਇੱਕ ਚੀਜ਼, ਜਿਹੜੇ ਬੰਦਿਆਂ ਨੇ ਸਾਡੇ ਤੋਂ ਟਿਕਟਸ ਬੁੱਕ ਕਰਾਈਆਂ ਸੀ, ਅਸੀਂ ਕਿਸੇ ਤੋਂ ਕ੍ਰੈਡਿਟ ਕਾਰਡ ਦਾ ਵੀ 1 ਪੈਸੇ ਦਾ ਚਾਰਜ ਬੈਕ ਨਹੀਂ ਲਿੱਤਾ ਜੀ। ਸਾਰੇ ਨੇ, ਅਗਰ ਕਿਸੇ ਨੇ $100 ਜਮ੍ਹਾਂ ਕਰਾਇਆ ਸੀ, ਉਹਨੂੰ 100 ਦਾ $100 ਵਾਪਸ ਗਿਆ ਵਿਦਾਊਟ ਐਨੀ ਚਾਰजेस। ਅਸੀਂ ਬਲਕਿ ਆਪਣੇ ਪੱਲਿਓਂ ਪੈਸੇ ਦਿੱਤੇ ਹੈ, ਤਾਂ ਕਿ ਕੱਲ ਦੇ ਦਿਨ ਕੋਈ, ਹਰ ਇੱਕ ਦੀ ਰਸੀਦ ਹੈ, ਹਰ ਇੱਕ ਦਾ ਸਾਡੇ ਕੋਲ ਪ੍ਰੂਫ ਹੈ, ਰਿਟਨ ਪ੍ਰੂਫ, ਸਾਈਨਡ ਪ੍ਰੂਫ ਵਿਦ ਉਹਨਾਂ ਦੇ ID ਕਾਰਡਸ ਨਾ ਉੱਥੇ ਦਾ। ਇਸੀ ਕਰਕੇ ਮੈਨੂੰ ਕੋਈ ਉੱਥੇ ਦਾ ਰੇਡੀਓ ਚੈਨਲ, ਨਿਊਜ਼ ਚੈਨਲ ਕਿਉਂ ਨਹੀਂ ਗੱਲ ਕਰਦਾ, ਬਿਕੋਜ਼ ਉਹਨਾਂ ਨੇ ਗਲਤ ਕੈਂਪੇਨ ਚਲਾਈਆਂ, ਗਲਤ ਗੱਲਾਂ ਕੀਤੀਆਂ, ਤੇ ਉਹਨਾਂ ਕੋਲ ਕੋਈ ਹੱਥ ਪੱਲੇ ਕੋਈ ਚੀਜ਼ ਨਹੀਂ ਹੈ, ਜਿਹੜੀ ਕਿ ਬੜੀ ਗਲਤ ਚੀਜ਼ ਹੈ ਕਿ ਉੱਥੇ ਦੇ ਪੜ੍ਹੇ ਲਿਖੇ ਲੋਕੀ ਵੀ ਇਹ ਚੀਜ਼ ਨਹੀਂ ਸਮਝੇ। ਸਿੱਧੂ ਸਾਹਿਬ, ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਜੀ, ਪਰ ਅਸੀਂ ਉਮੀਦ ਕਰਦੇ ਹਾਂ ਵੀ ਅਸੀਂ ਤੁਹਾਡੇ ਸਵਾਲ ਆ ਜਿਹੜੇ, ਜਾਂ ਜਿਹੜੇ NRIs ਦੇ ਸਵਾਲ ਨੇ, ਅਸੀਂ ਉਮੀਦ ਕਰਾਂਗੇ ਵੀ ਅਗਾਊਂ ਕਿਸੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਸੇ MPs ਨਾਲ। ਔਰ ਉਮੀਦ ਅਸੀਂ ਇਹ ਕਰਾਂਗੇ ਵੀ ਸਾਨੂੰ ਤੁਹਾਡੇ ਦਿੱਤੇ ਗਏ ਜਿਹੜੇ ਸਵਾਲ ਨੇ ਉਹਨਾਂ ਨੂੰ ਅਸੀਂ ਕਰਕੇ ਗਾਹਾਂ ਉਹਨਾਂ ਤੋਂ ਉਹਨਾਂ ਦਾ ਜਵਾਬ ਲੈ ਸਕੀਏ, ਵੀ ਜੇ ਸਾਨੂੰ ਕਿਸ ਹੱਦ ਤੱਕ ਸਾਨੂੰ ਸੱਚਾਈ ਦਾ ਵੀ ਉਹ ਸਾਨੂੰ ਚਿਹਰਾ ਆਇਨਾ ਦਿਖਾਉਂਦੇ ਨੇ। ਕਿਉਂਕਿ ਸੱਚ ਦਾ ਤਾਂ ਹੀ ਸੱਚ ਆ, ਜੋ ਪੇਪਰੀ ਕੰਮ
ਉਹ ਤੁਸੀਂ ਸਾਨੂੰ ਪ੍ਰੋਵਾਈਡ ਕਰਾ ਚੁੱਕੇ ਹੋ, ਕਿਉਂਕਿ ਉਹ ਵੀ ਜਨਤਕ ਅਸੀਂ ਕਰਾਂਗੇ ਜੀ, ਤੁਸੀਂ ਵੀ ਕਰ ਚੁੱਕੇ ਹੋ। ਪਰ ਉਮੀਦ ਹੈ ਵੀ ਕਿਤੇ ਨਾ ਕਿਤੇ ਇਸ ਸੱਚ ਨੂੰ ਸਾਹਮਣੇ ਆਉਣਾ ਪਏਗਾ, ਕਿਉਂਕਿ ਸੱਚ ਕਦੇ ਲੁਕਿਆ ਨਹੀਂ ਰਹਿੰਦਾ ਜੀ, ਝੂਠ ਦਾ ਜ਼ਿਆਦਾ ਪੈਰ ਨਹੀਂ ਹੁੰਦੇ ਜੀ। ਸੋ ਉਮੀਦ ਹੈ ਜੀ ਬਈ ਸਾਡੀ ਇਹ ਕੋਸ਼ਿਸ਼ ਜਿਹੜੀ ਅਸੀਂ ਅੱਜ ਕੀਤੀ ਗਈ ਹੈ ਦਰਸ਼ਕਾਂ ਨੂੰ, ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ। ਸਿੱਧੂ ਸਾਹਿਬ, ਡੇਲੀ ਪੋਸਟ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।